ਅਨਪੋ ਨੇਜਾ ਨਾਮ ਟੇਕ, ਜਿਤ ਭਗਤ ਅਗਾਣੇ। ਗੁਰੂ ਨਾਨਕ ਅੰਗਦ ਅਮਰ ਭਗਤ, ਹਰ ਸੰਗ ਸਮਾਣੇ। ਇਹੋ ਰਾਜ ਜੋਗ ਗੁਰ ਰਾਮਦਾਸ, ਤੁਮ ਹੋ ਰਸ ਜਾਣੇ। ਸੋ ਕਹੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਦੈ ਸਾਹੂ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹਉਮੈ ਵਿੱਚ ਸਭ ਪੜ ਥੱਕੇ, ਦੂਜੈ ਭਾਏ ਖੁਆਰ। ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹਉਮੈ ਵਿੱਚ ਸਭ ਪੜ ਥੱਕੇ, ਦੂਜੈ ਭਾਏ ਖੁਆਰ। ਸੋ ਪੜਿਆ ਸੋ ਪੰਡਿਤ ਬੀਨਾ, ਗੁਰ ਸ਼ਬਦ ਕਰੇ ਵਿਚਾਰ। ਅੰਦਰ ਖੋਜੈ ਤਤ ਲਹੈ, ਪਾਏ ਮੋਖ ਦੁਆਰ। ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਧੰਨ ਵਾਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ। ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਧੰਨ ਵਾਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਅੱਜ ਦਾ ਇਹ ਪਾਵਨ ਪਵਿੱਤਰ ਇਲਾਹੀ ਫਰਮਾਨ ਸੋਠ ਦੀ ਵਾਰ ਵਿੱਚੋਂ ਆਪਾਂ ਸਰਵਣ ਕੀਤਾ ਹੈ, ਜਿਹੜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਉਚਾਰਨ ਕੀਤੀ ਹੈ। ਇਸ ਵਾਰ ਵਿੱਚ
ਜਿਹੜੀਆਂ ਪੌੜੀਆਂ ਨੇ ਉਹ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਆਉਣਗੀਆਂ। ਜਿਹੜੇ ਸ਼ਲੋਕ ਨੇ ਉਹ ਸਾਂਝੇ ਹਨ। ਅਸੀਂ ਜਦੋਂ ਵੀ ਕਿਸੇ ਵਾਰ ਦਾ ਸਿਰਲੇਖ ਪੜ੍ਹਦੇ ਹਾਂ ਤੇ ਉਹ ਸਿਰਲੇਖ ਵਿੱਚ ਮਹੱਲਾ ਪੰਜਵਾ, ਮਹੱਲਾ ਤੀਜਾ, ਮਹੱਲਾ ਪਹਿਲਾ ਜਾਂ ਚੌਥੇ ਦਾ ਜ਼ਿਕਰ ਆਵੇ, ਉਦੋਂ ਅਸੀਂ ਅੰਦਾਜ਼ਾ ਇਹ ਲਾਉਣਾ ਵੀ ਪੌੜੀਆਂ ਜੇ ਮਹੱਲਾ ਚੌਥਾ ਤੇ ਚੌਥੇ ਪਾਤਸ਼ਾਹ ਦੀਆਂ ਹੋਣਗੀਆਂ, ਜੇ ਮਹੱਲਾ ਤੀਜਾ ਤੇ ਤੀਜੇ ਪਾਤਸ਼ਾਹ ਦੀਆਂ ਹੋਣਗੀਆਂ। ਇਸ ਕਰਕੇ ਅੱਜ ਦੀ ਜੋ ਆਪਾਂ ਹੁਕਮਨਾਮਾ ਸਰਵਣ ਕੀਤਾ ਨਾ, ਇਹ ਪੌੜੀ ਗੁਰੂ ਰਾਮਦਾਸ ਪਾਤਸ਼ਾਹ ਦੀ ਚਾਰਨ ਕੀਤੀ ਹੈ ਤੇ ਸ਼ਲੋਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਡੇ ਤੇ ਬਖਸ਼ਿਸ਼ ਕੀਤੇ ਨੇ। ਔਰ ਇਸ ਫਰਮਾਨ ਵਿੱਚ ਵਿਸ਼ੇਸ਼ ਤੌਰ ਤੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ ਵੀ ਗੁਰਮੁਖਾ ਦੋ ਚੀਜ਼ਾਂ ਬੜੀਆਂ ਪ੍ਰਬਲ ਨੇ, ਇੱਕ ਹੰਕਾਰ ਤੇ ਦੂਜੀ ਤ੍ਰਿਸ਼ਨਾ। ਜਿੰਨਾ ਚਿਰ ਹੰਕਾਰ ਤੇ ਤ੍ਰਿਸ਼ਨਾ ਨਹੀਂ ਮਰਦੀ, ਤੂੰ ਕਿੰਨੇ ਵੀ ਗ੍ਰੰਥਾਂ ਦਾ ਮੁਤਾਲਿਆ ਕਰ ਲਾ, ਪਰ ਇਉਂ ਸਮਝੀ ਵੀ ਜਿਵੇਂ ਦਵਾਈ ਤਾਂ ਖਾਧੀ ਪਰ ਅਜੇ ਤੰਦਰੁਸਤ ਨਹੀਂ ਹੋਇਆ। ਇਸ ਪੱਖ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਸਮਝਾਉਣਗੇ ਆਪਾਂ ਯਤਨ ਕਰੀਏ, ਲੇਕਿਨ ਇਕੱਲੇ ਸਾਡੇ ਯਤਨ ਨਾਲ ਗੱਲ ਨਹੀਂ ਬਣਨੀ। ਜਿੰਨਾ ਚਿਰ ਗੁਰਦੇਵ ਰਹਿਮਤਾਂ ਨਾ ਕਰਨ, ਮੇਰੀ ਬਿਰਤੀ ਪੰਜੋਖਰਾ ਸਾਹਿਬ ਪਹੁੰਚ ਗਈ, ਬੇਨਤੀ ਕਰਾਂ ਪਾਤਸ਼ਾਹ ਤੂੰ ਕਦੇ ਗੁੰਗੇ ਕੋਲੋਂ ਗੀਤਾ ਦੇ ਅਰਥ ਕਰਾਏ ਸਨ, ਉਹ ਰਹਿਮਤ ਮੇਰੇ ਤੇ ਵੀ ਕਰ, ਕਿਉਂਕਿ ਸਾਡਾ ਗਿਆਨ ਅਧੂਰਾ ਹੈ, ਤੇਰੀ ਰਹਿਮਤ ਬੜੀ ਵੱਡੀ ਹੈ। ਅਸੀਂ ਅਰਦਾਸ ਵੀ ਸੁਣਦੇ ਹਾਂ, ਪੜ੍ਹਦੇ ਹਾਂ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਕਲਗੀਧਰ ਬਾਪੂ ਕਹਿੰਦੇ ਵੀ ਗੁਰਮੁਖਾ ਕਿਤੇ 8ਵੇਂ ਪਾਤਸ਼ਾਹ ਦੇ ਦਰਸ਼ਨ ਕਰ ਲੈਣਾ, ਵੇਖਣ ਦੇ ਨਾਲ ਹੀ ਤੇਰੇ ਦੁੱਖ ਦਰਿਦਰ ਦੂਰ ਹੋ ਜਾਣਗੇ। ਪਾਤਸ਼ਾਹ ਜਿਵੇਂ ਉਸ ਗੁੰਗੇ ਤੇ ਕਿਰਪਾ ਕੀਤੀ, ਉਹ ਰਹਿਮਤ ਕਿਤੇ ਸਾਡੇ ਤੇ ਵੀ ਕਰ। ਇਹ ਅਸੀਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚੋਂ ਮੰਗੀਏ, ਜਿਵੇਂ ਹਜ਼ੂਰ ਕਿਰਪਾ ਕਰਦੇ ਨੇ ਮਨ ਨੂੰ ਇਕਾਗਰ ਕਰਨ ਦਾ ਉਪਰਾਲਾ ਕਰੀਏ। ਬੋਲੋ ਸਤਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ। ਅਸੀਂ ਸੰਸਾਰੀ ਲੋਕ ਪੜ੍ਹਨਾ ਤੋਂ ਭਾਵ ਵਾਚਣਾ, ਪੜ੍ਹਨਾ ਤੇ ਗੁਣਨਾ ਦਾ ਭਾਵ ਹੁੰਦਾ ਵਿਚਾਰਨਾ। ਬੰਦਾ ਪਹਿਲਾਂ ਪੜ੍ਹਦਾ ਤੇ ਮੁੜ ਕੇ ਵੇਖਦਾ ਇਹਦੇ ਅਰਥ ਕੀ ਹਨ। ਇਹ ਕਹਿੰਦੇ ਸੰਸਾਰੀ ਬੰਦਿਆਂ ਦਾ ਕਰਮ ਹੈ ਤੇ ਸੰਸਾਰੀ ਦੀ ਆਪਾਂ ਵਿਆਖਿਆ ਪੜ੍ਹਦੇ, ਇਹੋ ਸੰਸਾਰ ਬਕਾਰ ਸੰਸੇ ਮੈਂ। ਆਪਾਂ ਰੋਜ਼ਾਨਾ ਰਾਤ ਨੂੰ ਬਰਾਜਣ ਲੱਗਿਆਂ ਪੰਕਤੀਆਂ ਪੜ੍ਹਦੇ ਹਾਂ, ਸਾਨੂੰ ਫਜ਼ੂਲ ਸੰਸੇ ਪਏ ਨੇ ਤੇ ਗੁਰਦੇਵ ਕਹਿੰਦੇ ਜਿੰਨਾ ਚਿਰ ਸੰਸਿਆਂ ਦੇ ਦੀਨ ਉਹਨਾਂ ਚਿਰ ਬਾਤ ਨਹੀਂ ਬਣਨੀ। ਇਹ ਸੰਸਾਰੀ ਮਨੁੱਖ ਕੇਵਲ ਤੇ ਕੇਵਲ ਅੱਖਰਾਂ ਦਾ ਬੋਧ, ਉਹਨਾਂ ਦੀ ਵਿਚਾਰ ਤੱਕ ਸੀਮਤ ਨੇ। ਪਰ ਯਾਦ ਰੱਖੀਂ ਅੰਦਰ ਤ੍ਰਿਸ਼ਨਾ ਵਿਕਾਰ। ਤੇ ਤੇਰੇ ਅੰਦਰ ਸਭ ਤੋਂ ਵੱਡਾ ਔਗਣ ਹੈ ਤ੍ਰਿਸ਼ਨਾ। ਤ੍ਰਿਸ਼ਨਾ ਦੇ ਬਾਰੇ ਮੈਂ ਬਹੁਤ ਵਿਸਤਾਰ ਨਾਲ ਪੜ੍ਹਿਆ ਆਪਣੇ ਉਸਤਾਦ ਸੰਤ ਬਾਬਾ ਕਰਤਾਰ ਸਿੰਘ ਹੋਰਾਂ ਕੋਲੋਂ। ਉਹਨਾਂ ਸਾਨੂੰ ਗ੍ਰੰਥ ਪੜ੍ਹਾਇਆ ਸੀ ਵਿਰਾਗ ਸ਼ਤਕ। ਇਹ ਅਜੈਨ ਦਾ ਰਾਜਾ ਹੋਇਆ, ਰਾਜਾ ਭਰਥਰੀ। ਇਹਦੇ 'ਚ ਮਟੂ ਦੀ ਪੁਆਇੰਟ ਨਵਾਂ ਨੁਕਤਾ ਕੇਵਲ ਉੱਥੇ ਲਿਖਿਆ ਕਿ ਰਾਜੇ ਨੂੰ ਅੰਮ੍ਰਿਤ ਫਲ ਦੀ ਪ੍ਰਾਪਤੀ ਹੋਈ। ਆਪਾਂ ਜਿਹਦੇ ਨਾਲ ਸਨੇਹ ਕਰਦੇ ਹਾਂ ਤੇ ਆਪਣੇ ਵੱਲੋਂ ਉਹਨੂੰ ਆਪਾਂ ਪਿਆਰ ਭੇਟਾ ਦਿੰਦੇ ਹਾਂ, ਪਿਆਰ ਭੇਟਾ। ਲੰਮੀ ਕਥਾ ਵਿੱਚੋਂ ਆਪਾਂ ਨੁਕਤਾ ਲਈਏ, ਉਹਨੇ ਅੰਮ੍ਰਿਤ ਫਲ ਆਪਣੀ ਪਤਨੀ ਨੂੰ ਦਿੱਤਾ
ਪਤਨੀ ਨੇ ਨੌਕਰ ਨੂੰ ਦਿੱਤਾ, ਨੌਕਰ ਨੇ ਵੇਸਵਾ ਨੂੰ ਦਿੱਤਾ। ਜਦੋਂ ਉਹਨੇ ਪੜਤਾਲ ਕੀਤੀ ਤੇ ਮਨ ਨੂੰ ਸੱਟ ਲੱਗੀ ਵੀ ਮੇਰੀ ਧਰਮ ਪਤਨੀ ਮੇਰੀ ਵਫਾਦਾਰ ਨਹੀਂ। ਰਾਜ ਭਾਗ ਛੱਡ ਕੇ ਸਮੇਂ ਦੇ ਪ੍ਰਭਾਵ ਦੇ ਮੁਤਾਬਕ ਉਹ ਜੋਗੀ ਬਣ ਗਿਆ। ਕੰਨ ਪਾਟੇ ਨੇ, ਲੰਗੋਟੀ ਤੇੜ ਹੈ, ਤੁਰਿਆ ਜਾ ਰਿਹਾ ਹੈ। ਚਾਨਣੀ ਰਾਤ ਸੀ ਤੇ ਚੰਦਰਮਾ ਦੀਆਂ ਰਿਸ਼ਮਾਂ ਕੋਈ ਬੰਦਾ ਪਹਿਲਾਂ ਲੰਘਿਆ, ਉਹਦੀ ਥੁੱਕ ਤੇ ਪਈਆਂ, ਥੁੱਕ ਚਮਕੀ। ਰਾਜੇ ਦਾ ਪੁੱਤਰ ਸੀ ਤੇ ਉਹਨੂੰ ਸੰਸਕਾਰ ਰਾਜੇ ਵਾਲੇ ਸਨ। ਕਹਿਣ ਲੱਗਾ ਕਿਤੇ ਲਾਲ ਨਾ ਹੋਵੇ। ਬਹੁਤ ਲੰਮੀ ਕਥਾ ਹੈ। ਉਹਨੇ ਆਪਣੀ ਕਲਮ ਨਾਲ ਲਿਖਿਆ, ਆਪਣੀ ਸਵੈ ਜੀਵਨੀ ਵਿੱਚ, ਜਦੋਂ ਉਹਨੇ ਥੱਲੇ ਹੋ ਕੇ ਉਸ ਥੁੱਕ ਨੂੰ ਫੜਿਆ ਨਾ, ਲਾਲ ਦੇ ਭੁਲੇਖੇ ਉਹਦੇ ਹੱਥ ਲਿਬੜ ਗਿਆ। ਉਸ ਰਾਜੇ ਨੇ ਆਪਣੇ ਹੱਥਾਂ ਦੇ ਨਾਲ ਇੱਕ ਪੰਕਤੀਆਂ ਲਿਖੀਆਂ ਨੇ, ਕਹਿੰਦੇ ਰਤਨ ਜੜਤ ਮੰਦਰ ਤਜੇ ਔਰ ਸਖੀਅਨ ਕੇ ਸਾਥ, ਰੇ ਮਨ ਧੋਖੇ ਲਾਲ ਕੇ ਦਿਓ ਪੀਕ ਮੈਂ ਹਾਥ। ਇਹਦਾ ਅਰਥ ਹੈ ਚੰਦਰਿਆ ਮਨਾ, ਇਹ ਮਨ ਵੀ ਲੈ ਵੀ ਇਹ ਰਤਨ ਹੈ ਤੇ ਰਤਨ ਦਾ ਤੂੰ ਘਰ ਛੱਡ ਕੇ ਆਇਆ। ਤੇਰੇ ਮਕਾਨਾਂ 'ਚ ਰਤਨ ਜੜੇ ਸਨ। ਰਤਨ ਛੱਡ ਆਇਆ ਪਰ ਸੰਸਕਾਰ ਨਹੀਂ ਗਏ। ਰਤਨ ਛੱਡ ਆਇਆ, ਸੰਸਕਾਰ ਨਹੀਂ ਗਏ। ਔਰ ਲਾਲ ਦੇ ਭੁਲੇਖੇ ਜਦੋਂ ਉਹਨੂੰ ਹੱਥ ਪਾਇਆ ਤੇ ਕਹਿੰਦਾ ਰਤਨ ਜੜਤ ਮੰਦਰ ਤਜੇ, ਰਤਨਾਂ ਨਾਲ ਜੜੇ ਹੋਏ ਮਕਾਨਾਂ ਨੂੰ ਛੱਡਿਆ ਔਰ ਸਖੀਅਨ ਕੇ ਸਾਥ ਆਪਣੀਆਂ ਰਾਣੀਆਂ ਛੱਡੀਆਂ। ਰੇ ਮਨ ਧੋਖੇ ਲਾਲ ਕੇ ਦਿਓ ਪੀਕ ਮੈਂ ਹਾਥ। ਕਹਿਣ ਲੱਗਾ ਲਾਲ ਦੇ ਭੁਲੇਖੇ ਥੁੱਕ ਨੂੰ ਹੱਥ ਪਾ ਲਿਆ। ਥੁੱਕ ਨੂੰ ਹੱਥ ਤਾਂ ਪਿਆ ਵੀ ਤ੍ਰਿਸ਼ਨਾ ਨਹੀਂ ਮਰੀ। ਔਰ ਉਹਨੇ ਅੱਗੇ ਜਾ ਕੇ ਫਿਰ ਇੱਕ ਪੰਕਤੀ ਲਿਖੀ, ਕਹਿਣ ਲੱਗਾ ਆਓ ਤੂੰ ਤਾਜ ਹਮਕੋ ਤ੍ਰਿਸ਼ਨੇ ਤਬ ਲਾ ਵੇਖੇ ਮਮ ਖੇਦ ਘਨੇ ਤੁਮ ਕੀਨ ਦੀਨ ਤੇ ਦੀਨ ਮੁਝੈ। ਹੇ ਮੇਰੀ ਇਹ ਤ੍ਰਿਸ਼ਨੇ, ਮੇਰਾ ਹੁਣ ਤਾਂ ਖਹਿੜਾ ਛੱਡ ਦੇ। ਮਕਾਨ ਛੜਾ ਦਿੱਤੇ, ਰਾਣੀਆਂ ਛੜਾ ਦਿੱਤੀਆਂ, ਕੱਪੜੇ ਲਵਾ ਦਿੱਤੇ, ਪਰ ਤ੍ਰਿਸ਼ਨਾ ਅਜੇ ਨਾ ਮੁੱਕੀ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ, ਪਰੇ ਪਰੇ ਕੋਈ ਰਜੀ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਵੇਲੇ ਦੀ ਬੁਝੀ ਹੈ, ਪਹਿਲਾਂ ਸੈਂਕੜੇ, ਮੁੜ ਕੇ ਲੱਖ, ਮੁੜ ਕੇ ਕਰੋੜ, ਪਰ ਮਨ ਨਾ ਭਰਿਆ। ਮੈਂ 10ਵੀਂ ਜਮਾਤ ਵਿੱਚ ਅੰਗਰੇਜ਼ੀ ਦੀ ਪੁਸਤਕ 'ਚ ਇੱਕ ਕਾਰਨੇਗੀ ਦਾ ਲੇਖ ਪੜ੍ਹਿਆ ਸੀ, ਸਾਨੂੰ ਪੜ੍ਹਾਇਆ ਗਿਆ ਸਕੂਲੇ। ਉਹ ਜ਼ਮਾਨੇ 'ਚੋਂ ਸਭ ਤੋਂ ਅਮੀਰ ਆਦਮੀ ਸੀ ਕਾਰਨੇਗੀ। ਗੱਲ ਕਰਨੇ ਆ ਤ੍ਰਿਸ਼ਨਾ ਦੀ। ਉਹ ਮਰਨ ਦਾ ਉਹਦਾ ਸਮਾਂ ਆ ਗਿਆ, ਮੰਜੇ ਤੇ ਪਿਆ ਤੇ ਉਹਦਾ ਸੈਕਟਰੀ ਕੋਲ ਬੈਠਾ ਸੀ। ਉਹ ਸਕੱਤਰ ਨੇ, ਸੈਕਟਰੀ ਨੇ ਸੁਭਾਵਿਕ ਵਚਨ ਕੀਤੇ ਵੀ ਸ਼੍ਰੀਮਾਨ ਤੁਹਾਡੇ ਕੋਲ ਇੰਨੀ ਮਾਇਆ 10 ਅਰਬ ਡਾਲਰ, ਤੁਸੀਂ ਸੰਤੁਸ਼ਟ ਹੋ? ਉਹਨੇ ਸਿਰ ਲਾਇਆ, ਕਹਿਣ ਲੱਗਾ ਨਹੀਂ ਮਿੱਤਰਾ, ਮੇਰੀ ਜ਼ਿੰਦਗੀ ਦਾ ਨਿਸ਼ਾਨਾ 100 ਅਰਬ ਬਣਾਉਣਾ ਸੀ, ਪਰ ਅਜੇ 90 ਬਣੇ। ਉੱਥੇ ਸੈਕਟਰੀ ਨੇ ਅਰਦਾਸ ਕੀਤੀ ਪ੍ਰਮਾਤਮਾ ਦੇ ਅੱਗੇ ਵੀ ਵਾਹਿਗੁਰੂ, ਮੈਂ ਸਮਝਦਾ ਵੀ ਸ਼ਾਇਦ ਇਹਦੇ ਕੋਲ ਬਹੁਤੀ ਮਾਇਆ ਵੇ ਤੇ ਸੰਤੋਖੀ ਹੋਵੇ ਤੇ ਮੇਰੇ ਤੇ ਕਿਰਪਾ ਕਰੀ, ਮੈਂ ਇੱਥੇ ਠੀਕ ਹਾਂ, ਮੈਨੂੰ ਬਹੁਤਿਆਂ ਦੀ ਲੋੜ ਨਹੀਂ। ਇਹਦੇ 'ਚੋਂ ਅੰਤਰੀ ਭਾਵ ਇਹ ਹੈ, ਅਸੀਂ ਉੱਪਰ ਨੂੰ ਵੇਖੀ ਜਾਂਦੇ ਹਾਂ ਔਰ ਇਹ ਹਜ਼ੂਰ ਕਹਿੰਦੇ ਨੇ ਵੀ ਇਹ ਬਹੁਤ ਵੱਡਾ ਔਗਣ ਵਕਾਰ ਕਹਿੰਦੇ ਨੇ ਔਗਣ ਨੂੰ। ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਕਾਰ, ਇਹਦੇ ਅੰਦਰ ਸਭ ਤੋਂ ਵੱਡਾ ਔਖਣ ਹੈ ਤ੍ਰਿਸ਼ਨਾ। ਇਹਦਾ ਲਾਲਚ ਨਹੀਂ ਮੁੱਕਦਾ। ਆ ਜੇ ਆ ਜਾਏ, ਇਸ ਪ੍ਰਕਾਰ ਇਹ ਫਰੂਲ ਤ੍ਰਿਸ਼ਨਾ ਕਰੀ ਜਾਂਦਾ। ਪਰ ਯਾਦ ਰੱਖਿਆ ਕਰੋ ਗੁਰਮੁਖੋ, ਆਪਾਂ ਸਾਰੇ ਜਿੰਨੇ ਬੈਠੇ ਹਾਂ, ਆਪਾਂ ਜੇਬਾਂ ਲਾਈਆਂ ਨੇ ਨਾ, ਮੈਂ ਜੇਬਾਂ ਦਾ ਖੰਡ ਨਹੀਂ ਕਰਨਾ, ਕਿਤੇ ਗਲਤ ਨਾ ਇਹਦਾ ਅਰਥ ਕਰਨਾ। ਉੱਪਰ ਬਟਨ ਲਵਾਉਣੇ ਆ ਗਿਆਨੀ ਜੀ, ਬਟਨ ਤਾਂ ਲਵਾਇਆ ਕਿਤੇ ਬਟੂਆ ਖਿਸਕ ਨਾ ਜਾਏ, ਬੜੀ ਚੰਗੀ ਗੱਲ ਹੈ।
ਪਰ ਗੁਰਮੁਖਾ ਯਾਦ ਰੱਖੀ, ਜਿਹੜਾ ਖੱਫਣ ਹੋਣਾ ਉੱਥੇ ਨਾ ਬਟਨਾਂ ਵਾਲੀ ਕਮੀਜ਼, ਨਾ ਬਟਨਾਂ ਵਾਲੀ ਜੇਬ ਹੋਣੀ ਤੇ ਨਾ ਬਟਨਾਂ ਤੋਂ ਬਿਨਾਂ ਜੇਬ ਹੋਣੀ ਆ। ਉਹ ਖੱਫਣ ਨੂੰ ਚੇਤੇ ਰੱਖਿਆ ਕਰੀਏ, ਕਿਉਂ ਫੱਟੇ ਤੇ ਪਵਾਂਗੇ ਨਾ। ਸਾਡਾ ਸਿੱਧਾ ਜਿਹਾ ਕੱਪੜਾ ਉਹਨਾਂ ਨੇ ਮਾਰ ਕੇ 2 ਤੋਪੇ ਦੇ ਗੱਜ ਪਾ ਦੇਣਾ, ਕੋਈ ਜੇਬ ਨਹੀਂ ਹੋਣੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਫਜ਼ੂਲ ਹੈ। ਮਾਂ ਮਰ ਗਈ, ਧੀਆਂ 3, ਮਾਂ ਦੇ ਕੰਨਾਂ ਵਿੱਚ 2 ਵਾਲੀਆਂ ਨੇ ਤੇ ਬੀਬੀਆਂ ਕਹਿੰਦੀਆਂ ਵੀ ਜੇ ਦੂਜੀ ਪਹਿਲਾਂ ਚਲੀਆਂਗੇ ਤੇ ਮੈਨੂੰ ਵਾਲੀ ਨਹੀਂ ਮਿਲਣੀ। ਹੁਣ ਕੰਨ ਤਾਂ ਬੇਬੇ ਦੇ 2 ਹੀ ਨੇ ਨਾ, 3 ਕਿੱਥੋਂ ਹੋ ਜਾਣਾ। ਧੀਆਂ 3 ਨੇ, ਉਹ ਡੀਕਦੀਆਂ ਨੇ ਵੀ ਦਵਾ ਦਵ ਇੱਕ ਵਾਲੀ ਮੈਨੂੰ ਮਿਲ ਜਾਏ, ਜਿਹੜੀ ਲੇਟ ਹੋ ਗਈ ਉਹਨੂੰ ਨਹੀਂ ਮਿਲਣੀ। ਸਾਡਾ ਵਾਲੀਆਂ ਨਾਲ ਮੋਹ ਹੈ, ਮਾਂ ਨਾਲ ਨਹੀਂ। ਮੈਂ ਜਿਹੜੀਆਂ ਬੇਨਤੀਆਂ ਕਰਦਾ ਨਾ, ਨਾ ਸੌਣ ਤੇ ਰੋਣ ਦਾ ਮੇਰਾ ਭਾਵ ਨਹੀਂ, ਮੇਰਾ ਭਾਵ ਕਥਾ ਦੀ ਡਿਊਟੀ ਉਹਦਾ ਅੰਤਰੀ ਭਾਵ ਕਿ ਆਪਾਂ ਪਦਾਰਥਾਂ ਤੱਕ ਸੀਮਤ ਹਾਂ, ਪਦਾਰਥਾਂ ਤੱਕ। ਤੇ ਮੇਰੇ ਪਾਤਸ਼ਾਹ ਕਹਿੰਦੇ ਇਹ ਫਜ਼ੂਲ ਹੈ, ਸਾਡੇ ਤੋਂ ਇਹਦੇ ਤੋਂ ਵੱਡੀ ਕੋਈ ਉਦਾਹਰਨ ਨਹੀਂ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਤਾਂ ਸ਼ੰਕਾ ਰਹਿਣ ਹੀ ਕੋਈ ਨਹੀਂ ਦਿੰਦਾ। ਕਹਿੰਦੇ ਭੋਲਿਆ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਤੂੰ ਤਾਂ ਕਹਿੰਦਾ ਨਾ ਮੇਰੇ ਇੰਨੇ ਲਾਕਰ ਭਰੇ ਪਏ ਨੇ। ਰਾਵਣ ਦਾ ਘਰ ਹੀ ਸੋਨੇ ਦਾ ਬਣਿਆ ਸੀ ਤੇ ਨਾਲ ਕਿੰਨੇ ਲੈ ਕੇ ਗਿਆ, ਕਿੰਨੇ ਲੈ ਕੇ ਗਿਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਫਜ਼ੂਲ ਹੈ, ਜਿਹੜੀ ਤੂੰ ਤ੍ਰਿਸ਼ਨਾ ਕਰਦਾ ਨਾ ਲਾਲਸਾ, ਇਹਨੂੰ ਫਜ਼ੂਲ ਜਾਣਨਾ ਕਰ। ਹਉਮੈ ਵਿੱਚ ਸਭ ਪੜ ਥੱਕੇ। ਤੇ ਦੂਜਾ ਸਾਰਿਆਂ ਤੋਂ ਪ੍ਰਬਲ ਗੁਰਮੁਖ ਰੋਗ ਹੰਕਾਰ ਦਾ। ਇਹ ਇੰਨਾ ਪ੍ਰਬਲ ਹੈ। ਮੈਂ ਮਹਾਤਮਾ ਬੁੱਧ ਦਾ ਜੀਵਨ ਪੜ੍ਹਿਆ ਤੇ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਸਾਖੀ ਆਈ ਹੈ। ਇੱਕ ਰਾਜਾ, ਉਹਨੂੰ ਪਤਾ ਚੱਲਿਆ ਵੀ ਸਾਡੇ ਇਲਾਕੇ 'ਚ ਮਹਾਤਮਾ ਬੁੱਧ ਆਏ ਨੇ ਤੇ ਮਨ 'ਚ ਵਿਚਾਰ ਕੀਤੀ ਵੀ ਕੁਝ ਨਾ ਕੁਝ ਭੇਟ ਕਰਾਂ। ਜਦੋਂ ਆਪਣੇ ਘਰੋਂ ਤੁਰਨ ਲੱਗਾ ਨਾ ਤੇ ਉਹਨੇ ਲਾਲ ਲਿਆ, ਲਾਲ ਲੈ ਕੇ ਤੁਰਨ ਲੱਗਾ ਤੇ ਉਹ ਰਾਜੇ ਦੀ ਰਾਣੀ ਉਹਨੂੰ ਕਹਿਣ ਲੱਗੀ, ਸਵਾਮੀ ਜੀ ਮੈਂ ਤੁਹਾਨੂੰ ਮਨਾ ਨਹੀਂ ਕਰਦੀ, ਪਰ ਮਹਾਤਮਾ ਬੁੱਧ ਰਾਜ ਭਾਗ ਨੂੰ ਛੱਡ ਕੇ ਆਏ ਨੇ ਤਾਂ ਲਾਲ ਆਪਣੇ ਘਰ ਛੱਡੇ ਨੇ। ਇਹ ਲਾਲਾ ਨਹੀਂ ਸੰਤ ਨਹੀਂ ਹੋਇਆ। ਤੁਸੀਂ ਇਉਂ ਕਰੋ, ਆਪਣੀ ਬਗੀਚੀ 'ਚੋਂ ਫੁੱਲ ਤੋੜ ਕੇ ਲੈ ਜਾਓ। ਰਾਜੇ ਨੇ ਫੁੱਲ ਤੋੜਿਆ ਤੇ ਕਹਿਣ ਲੱਗਾ, ਵੇਖ ਰਾਣੀ ਕਿੱਡੀ ਸਿਆਣੀ ਹੈ, ਜਾਪਦਾ ਵੀ ਇਹਨੇ ਇਕਨੋਮਿਕਸ ਪੜ੍ਹੀ, ਸ਼ਾਇਦ ਅਰਥ ਸ਼ਾਸਤਰ, ਵੀ ਮਹਾਤਮਾ ਵੀ ਖੋਈ ਤੇ ਆਪਣਾ ਵੀ ਖਰਚਾ ਕਰਨੀ, ਆਪਾਂ ਫੁੱਲ ਦੇ ਕੇ ਟਾਲ ਦਿਆਂਗੇ ਬਾਬੇ ਨੂੰ। ਇਹ ਫੁੱਲ ਤਾਂ ਡਿੱਗੀ ਫਾਣੇ ਨੇ ਨਾ। ਵੀ ਰਾਣੀ ਨੇ ਸਕੀਮ ਬੜੀ ਵਧੀਆ ਦੱਸੀ ਵੀ ਫੁੱਲ ਲੈ ਜਾਓ ਤੇ ਲਾਲ ਆਪਾਂ ਨੂੰ ਫਿਰ ਵੱਜ ਜਾਏਗਾ। ਅੱਗੇ ਤੀਜਾ ਪੁਆਇੰਟ ਉਹ ਸਾਖੀ ਵਿੱਚ ਹੈ, ਜਿਹੜਾ ਸਾਰੇ ਜਣੇ ਆਪਣੇ ਅੰਦਰ ਝਾਤੀ ਮਾਰੀਏ। ਕਹਿਣ ਲੱਗਾ ਵੀ ਜੇ ਫੁੱਲ ਮੱਥਾ ਟੇਕਿਆ ਤੇ ਲੋਕਾਂ ਨੇ ਕਹਿਣਾ ਵੀ ਲਾਲ ਜਿਹੜਾ ਰਾਜਾ ਹੈ ਕਿੱਡਾ ਲਾਲਚੀ ਹੈ, ਫੁੱਲ ਤਾਂ ਅਸੀਂ ਵੀ ਦੇ ਸਕਦੇ ਸਾਂ। ਰਾਜੇ ਨੇ ਕੀ ਦਿੱਤਾ? ਕਹਿਣ ਲੱਗਾ ਲੋਕੀ ਕਹਿਣ, ਇਸ ਕਰਕੇ ਆਪਾਂ ਦੋਵੇਂ ਲੈ ਚੱਲਦੇ ਆ। ਮੇਰੀ ਗੱਲ ਨੂੰ ਮੜਾ ਜੇ ਚਿੱਥਣਾ, ਅਸੀਂ ਥਾਂ ਥਾਂ 'ਤੇ ਰੋਜ਼ ਜਾਂਦੇ ਹਾਂ। ਜਦੋਂ ਅਮੀਰਾਂ ਦੇ ਘਰ ਖੰਡ ਪਾਠ ਹੁੰਦਾ ਤੇ ਗੁਰਮੁਖ ਉਦੋਂ ਐਨ ਖੜਕਦੇ ਨਵੇਂ ਨੋਟ ਮੱਥਾ ਟੇਕਦੇ ਨੇ। 50 ਤੋਂ ਘੱਟ ਕੋਈ ਨਹੀਂ ਜੇ ਟੇਕਦਾ। ਮੈਂ ਲਾ ਕੇ ਨਹੀਂ ਗੱਲ ਕਹਿੰਦਾ, ਮੇਰੀ ਗੱਲ ਨੂੰ ਚਿੱਥਿਆ ਜ਼ਰੂਰ। ਜੇ ਗਰੀਬਾਂ ਦੇ ਘਰ ਪਾਠ ਹੋਵੇ ਨਾ ਤੇ ਜਾਣਗੇ ਵੀ ਘੱਟ, ਤੇ ਮੈਂ ਅਜੇ ਤੱਕ ਨਹੀਂ ਵੇਖਿਆ ਵੀ ਕਦੇ 50 ਦਾ ਨਵਾਂ ਨੋਟ ਮੱਥਾ ਟੇਕਿਆ ਵੇ। ਅਸੀਂ ਗੁਰੂ ਨੂੰ ਮੱਥਾ ਨਹੀਂ ਟੇਕਦਾ, ਬੰਦਿਆਂ ਨੂੰ ਮੱਥਾ ਟੇਕਦੇ ਹਾਂ। ਬੰਦਿਆਂ ਨੂੰ, ਗੁਰੂ ਤਾਂ ਗੁਰੂ ਹੈ ਨਾ। ਗੁਰੂ ਅਮੀਰ ਦੇ ਘਰ ਹੈ ਤੇ ਗੁਰੂ ਗੁਰੂ ਗਰੀਬ ਦੇ ਘਰ ਹੈ ਤੇ ਗੁਰੂ। ਆਪਾਂ ਗੁਰੂ ਨੂੰ ਵੀ ਗੁਰਮੁਖੋ ਅਮੀਰੀ ਤੇ ਗਰੀਬੀ ਦੇ ਪੱਖ ਨਾਲ ਵੇਖਦੇ ਹਾਂ। ਜੇ ਅਮੀਰ ਦੇ ਘਰ ਸਮਾਗਮ ਤੇ ਨੋਟ ਵੱਡਾ, ਜੇ ਗਰੀਬ ਦੇ ਘਰ ਸਮਾਗਮ ਤੇ ਆਪਾਂ ਕਹਿੰਦੇ ਟੁੱਟੇ ਪੈਸੇ ਹੈਗੇ ਹੀ। ਹੁਣ ਤਾਂ ਟੁੱਟੇ ਪੈਸੇ ਨਿਆਣਾ ਵੀ ਨਹੀਂ ਲੈਂਦਾ। ਮੇਰੀ ਗੱਲ ਨੂੰ ਸਮਝਣਾ ਪਿਆਰਿਓ। ਹੋਇਆ ਕਿ ਰਾਜਾ ਚਲਾ ਗਿਆ, ਲੈਣ ਲੱਗੀ ਹੈ। ਮਹਾਤਮਾ ਬੁੱਧ ਨੇ ਵੇਖਿਆ ਤੇ ਕਹਿਣ ਲੱਗੇ ਰਾਜ ਨੂੰ ਸੁੱਟ ਦੇ। ਰਾਜੇ ਨੇ ਸਮਝਿਆ ਵੀ ਸ਼ਾਇਦ ਉਹਨੇ ਆਖਿਆ ਵੀ ਮੈਨੂੰ ਤੇਰੀ ਲਾਲ ਦੀ ਲੋੜ ਨਹੀਂ, ਉਹਨੇ ਲਾਲ ਸੁੱਟ ਦਿੱਤਾ। ਦੁਬਾਰਾ ਕਹਿਣ ਲੱਗੇ ਮਿੱਤਰਾ ਮੈਂ ਤੈਨੂੰ ਕਿਹਾ ਭਾਈ ਸੁੱਟ ਦੇ।
ਉਹਨੇ ਫੁੱਲ ਵੀ ਸੁੱਟ ਦਿੱਤਾ। ਤੀਜੀ ਆਵਾਜ਼ ਮਾਰੀ, ਪਿਆਰਿਆ ਮੈਂ ਤੈਨੂੰ ਕਿਹਾ ਸੁੱਟ ਦੇ। ਰਾਜਾ ਬੋਲ ਪਿਆ, ਕਹਿਣ ਲੱਗਾ ਸਵਾਮੀ ਜੀ ਮੈਂ ਤੁਹਾਡਾ ਹੁਕਮ ਨਹੀਂ ਸਮਝਿਆ। ਮੇਰੇ ਦੋਵਾਂ ਹੱਥਾਂ ਵਿੱਚ ਇੱਕ 'ਚ ਲਾਲ ਸੀ, ਇੱਕ ਵਿੱਚ ਹੀਰਾ ਸੀ। ਮੈਂ ਲਾਲ ਵੀ ਸੁੱਟ ਦਿੱਤਾ, ਮੈਂ ਫੁੱਲ ਵੀ ਸੁੱਟ ਦਿੱਤਾ, ਹੁਣ ਕੀ ਸੁੱਟਾਂ? ਕਹਿੰਦੇ ਰਾਜਾ ਆਪਣੀ ਮੈਂ ਸੁੱਟ ਦੇ। ਆਪਾਂ ਗੁਰਮੁਖੋ ਗੁਰੂ ਘਰ ਵਿੱਚ ਆਉਨੇ ਆ, ਆਪਾਂ ਮੈਂ ਨਹੀਂ ਜੇ ਸੁੱਟਦੇ ਮੈਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਹਉਮੈ ਵਿੱਚ ਸਭ ਪੜ੍ਹ ਥਕੇ, ਬੜਾ ਪੜ੍ਹੇ ਪਰ ਮੈਂ। ਮੇਰੇ ਨਾਲ ਕੋਈ ਬਹਿਸ ਕਰਕੇ ਵੇਖੇ ਮੈਂ ਰਾਹ ਕਿਵੇਂ ਪਾਉਣਾ। ਇਹ ਸਾਡੇ ਚੱਲਦਾ ਜੇ ਵਿਦਵਾਨਾਂ 'ਚ, ਜਿਹੜੇ ਵਿਦਵਾਨ ਖੋਜਦੇ ਨੇ, ਮੇਰੇ ਨਾਲ ਕਿਤੇ ਉਹਨੂੰ ਵਿਚਾਰਕ ਬਹਿਸ ਕਰਕੇ ਵੇਖੇ, ਵੇਖੀ ਰਾਹ ਕਿਵੇਂ ਪਾਉਣਾ। ਮੈਂ ਕਹਿੰਦਾ ਗੁਰਮੁਖਾ ਤੂੰ ਰਾਹ ਕਾਹਦੇ ਲਈ ਪਾਉਣਾ? ਤੇਰੇ ਤੇ ਗੁਰੂ ਕਿਰਪਾ ਕਰੇ, ਗੁਰੂ ਤੈਨੂੰ ਗੁਰਮਤਿ ਦੇ ਰਾਹ ਤੇ ਪਾ ਦੇ। ਅਸੀਂ ਗੁਰਮਤਿ ਦੇ ਰਾਹ ਤੇ ਪੈਣਾ। ਮੇਰੇ ਪਾਤਸ਼ਾਹ ਕਹਿੰਦੇ ਹਉਮੈ ਮੈਂ ਦੇ ਵਿੱਚ ਬੜੇ ਗ੍ਰੰਥ ਪੜ੍ਹ ਪੜ੍ਹ ਕੇ ਥੱਕ ਗਏ। ਗੁਰੂ ਅਮਰਦਾਸ ਪਾਤਸ਼ਾਹ ਦਾ ਕਿਤੇ ਇਤਿਹਾਸ ਪੜ੍ਹਨਾ, ਉੱਥੇ ਲਿਖਿਆ ਕਿ ਇੱਕ ਬਹੁਤ ਵੱਡਾ ਵਿਦਵਾਨ, ਉਹਦਾ ਨਾਮ ਸ਼ਾਇਦ ਬੇਣੀ ਕਰਕੇ ਲਿਖਿਆ, ਮੈਂ ਸ਼ਾਇਦ ਤੇ ਕਹਿ ਕਿਤੇ ਮੈਂ ਭੁੱਲ ਨਾ ਜਾਂਦਾ ਵਾਂ। 9 ਊਠ ਉਹਨੇ ਆਪਣੀ ਕਿਤਾਬਾਂ ਦੇ ਭਰੇ ਸਨ। ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ ਦੀ ਘਟਨਾ ਜੇ। 9 ਊਠ ਕਿਤਾਬਾਂ ਨਾਲ ਭਰੇ ਸਨ। ਜਿਹਦੇ ਨਾਲ ਬਹਿਸ ਕਰਨੀ ਉਹਨੇ ਹਰਜਣਾ ਤੇ ਉਹਨੇ ਕਹਿਣਾ ਕਿਤਾਬਾਂ ਮੈਨੂੰ ਦੇ ਦੇ। ਬੜਾ ਹੰਕਾਰ ਵੀ ਮੈਂ ਇੰਨੀਆਂ ਪੋਥੀਆਂ ਨੇ। ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਸਾਹਮਣੇ ਆਇਆ, ਦਰਸ਼ਨ ਕੀਤੇ ਤੇ ਧਰਮ ਕਰਕੇ ਗੁਰੂ ਕੇ ਚਰਨਾਂ ਤੇ ਢਹਿ ਪਿਆ। ਤੇ ਪਾਤਸ਼ਾਹ ਕਹਿਣ ਲੱਗੇ ਤੇਰੇ 9 ਊਠ ਕਿੱਥੇ ਗਏ? ਉਹਨੇ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਉਹ ਕਿਤਾਬਾਂ ਸਨ ਉਹਨੇ ਗੋਇੰਦਵਾਲ ਬਿਆਸਾ ਦਰਿਆ ਦੇ ਸਪੁਰਦ ਕਰਕੇ ਆਖਿਆ ਪਾਤਸ਼ਾਹ ਮੇਰੇ ਉਹ ਪੜ੍ਹਾਈ ਛੜਾ ਕਿਤੇ ਆਪਣੀ ਰਹਿਮਤ ਦੀ ਪੜ੍ਹਾਈ ਦੇ। ਇਹ ਸਾਡੇ ਤੇ ਗੁਰਦੇਵ ਕਿਰਪਾ ਕਰਨ। ਕਹਿੰਦੇ ਹੰਕਾਰ ਦੇ ਵਿੱਚ ਬੰਦੇ ਪੜ੍ਹ ਪੜ੍ਹ ਕੇ ਥੱਕ ਗਏ। ਮੈਨੂੰ ਇਹਦੇ ਇੰਨੇ ਅਰਥ ਆਉਂਦੇ ਨੇ, ਇਹਦੇ ਅਨਵੇਂ ਕਰਕੇ ਅਰਥ ਇਹ ਨੇ। ਇਉਂ ਕਹਿੰਦੇ ਵਿਦਵਾਨ ਲੋਕ ਵਿਦਿਆ ਦੀ ਮਾਨ ਕਰਕੇ ਪੜ੍ਹ ਪੜ੍ਹ ਕੇ ਥੱਕ ਗਏ। ਪਰ ਦੂਜੇ ਭਾਈ ਖੁਆਰ, ਜਿਹੜੀ ਪੜ੍ਹਾਈ ਕਰਨੀ ਸੀ ਗੁਰਮੁਖੋ ਅਸਾਂ ਨਾ ਕੀਤੀ। ਉਹ ਪੜ੍ਹਾਈ ਕਿਹੜੀ ਹੈ? ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ ਪੜ੍ਹਾਈ ਬਾਰੇ। ਉਹ ਕਹਿੰਦੇ ਨੇ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਗਿਆਨੀਆਂ ਤੂੰ ਤਾਂ ਕਿਤਾਬਾਂ ਦਾ ਮਾਣ ਕਰਦਾ, ਬੜੀਆਂ ਪੜ੍ਹੀਆਂ, ਤੇਰੇ ਅੰਦਰ ਕਿਤੇ ਇੱਕ ਅੱਖਰ ਵਾਜੇ ਤੇਰੇ ਦੁੱਖ ਕੱਟੇ ਜਾਣ। ਹੁਣ ਇਹ ਤਾਂ ਸਮਝ ਨਹੀਂ ਆਉਂਦੀ ਅੱਖਰ ਕਿਹੜਾ ਹੈ। ਖਡੂਰ ਸਾਹਿਬ ਇੱਕ ਸੰਤ ਮਹਾਂਪੁਰਸ਼ ਹੋਏ ਨੇ ਨਿਰਮਲੇ, ਬਾਬਾ ਤਾਰਾ ਸਿੰਘ ਉਹਨਾਂ ਦਾ ਨਾਂ ਸੀ। ਉਹਨਾਂ ਨੇ ਇਹਦੇ ਅਰਥ ਪੜ੍ਹਾਏ ਨੇ ਆਪਣੇ ਵਿਦਿਆਰਥੀਆਂ ਨੂੰ। ਉਹ ਅੱਖਰ ਹੈ ਤੂੰ ਦਾ ਅੱਖਰ, ਤੱਤੇ ਨੂੰ ਤਲੈਂਕੜੇ ਤੂੰ। ਜਿੰਨਾ ਚਿਰ ਸਾਡੇ ਅੰਦਰ ਤੂੰ ਨਾ ਆਏ ਉਹਨਾਂ ਚਿਰ ਬਾਤ ਨਹੀਂ ਆਉਣੀ। ਪਰ ਕਰੀਏ ਕਿ ਸਾਡੇ ਅੰਦਰ ਤਾਂ ਪਹਿਲਾਂ ਮੈਂ ਬੈਠੀ ਹੈ। ਮੈਂ ਤੇ ਆਸਾ ਦੀ ਵਾਰ ਆਪਾਂ ਪੜ੍ਹਦੇ ਹਾਂ। ਆਸਾ ਦੀ ਵਾਰ ਵਿੱਚ ਸਾਨੂੰ ਪਾਤਸ਼ਾਹ ਨੇ ਸਮਝਾਇਆ ਵਸਤੂ ਅੰਦਰ ਵਸ ਸਮਾਵੇ ਦੂਜੀ ਹੋਵੇ ਪਾਸ। ਭਾਂਡੇ ਚੀ ਤਾਂ ਪੈਣੀ ਗੁਰਮੁਖਾ, ਪਹਿਲੀ ਮੈਂ ਨੂੰ ਪਾਸੇ ਕਰ ਤੇ ਮੁੜ ਕੇ ਤੂੰ ਪਾ। ਬਾਣੀ ਤਾਂ ਗੁਰਮੁਖੋ ਹੈ ਹੀ ਸਾਗਰ। ਆ ਹੁਣੇ ਆਸਾ ਦੀ ਵਾਰ ਦਾ ਆਪਾਂ ਕੀਰਤਨ ਸਰਵਣ ਕੀਤਾ ਹੈ ਤੇ ਰਾਗੀ ਸਿੰਘਾਂ ਨੇ ਪੰਕਤੀ ਪੜ੍ਹੀ ਸੀ, ਨਾਨਕ ਏਕੀ ਬਾਰੀ ਦੂਜੀ ਨਾ ਹੀ ਜਾਏ। ਤੇ ਮੇਰੇ ਅੰਦਰ ਇੱਕਦਮ ਖਿਆਲ ਆਇਆ ਵੀ ਗੁਰੂ ਪਾਤਸ਼ਾਹ ਜੇ ਕਿਤੇ ਇਹੋ ਅੱਧੀ ਪੰਕਤੀ ਸਾਡੇ ਹਿਰਦੇ 'ਚ ਵਾਜੇ ਨਾ ਤੇ ਸਾਡੀ ਗੱਲ ਬਣ ਜਾਏ। ਬਾਣੀ ਤਾਂ ਹੈ ਹੀ ਗਾਦ ਬੋਦਾ ਨਾ, ਨਾਨਕ ਏਕੀ ਬਾਰੀ। ਆਸਾ ਦੀ ਵਾਰ ਦਾ ਭੋਗ ਪੈਂਦਾ, ਪੰਕਤੀ ਵੱਲ ਧਿਆਨ ਦਿਆ ਜੀ। ਨਾਨਕ ਏਕੀ ਬਾਰੀ ਦੂਜੀ ਨਾ ਹੀ ਜਾਏ। ਗੁਰਮੁਖਾ ਇੱਕ ਪਰਮੇਸ਼ਰ ਤੋਂ ਬਿਨਾਂ ਦੂਜੀ ਜਗ੍ਹਾ ਹੈ ਹੀ ਕੋਈ ਨਹੀਂ। ਇਹ ਗੁਰੂ ਤੋਂ ਬਿਨਾਂ ਦੂਜੀ ਜਗ੍ਹਾ ਹੈ ਹੀ ਕੋਈ ਨਹੀਂ। ਲੇਕਿਨ ਆਪਾਂ ਗੁਰੂ ਪਰਮੇਸ਼ਰ ਨੂੰ ਛੱਡ ਕੇ ਗੁਰਮੁਖੋ ਥਾਵਾਂ ਥਾਵਾਂ 'ਤੇ ਭਟਕਦੇ ਹਾਂ, ਨਾ ਭਟਕਿਆ ਕਰੀਏ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਦੁਆਇਤ ਭਾਵ ਦੂਜੇ ਪਾਸੇ ਵਿੱਚ ਪੈ ਕੇ ਖੁਆਰ ਹੋ ਰਹੇ ਪਰੇਸ਼ਾਨ ਹੋ ਰਹੇ ਹਨ। ਸੋ ਪੜਿਆ ਸੋ ਪੰਡਿਤ ਬੀਨਾ। ਉਹ ਭਾਈ ਪੜਿਆ ਲਿਖਿਆ ਉਹ ਪੰਡਿਤ ਹੈ। ਪੰਡਿਤ ਬਾਰੇ ਆਪਾਂ ਪੜ੍ਹਦੇ ਹਾਂ ਸੋ ਪੰਡਿਤ ਜੋ ਤਿਆਂ ਗੁਣਾ ਕੀ ਪੰਡ ਉਤਾਰੇ। ਜਿਹੜਾ ਰਜੋ ਸਦੋ ਤਮੋ ਗੁਣ ਤੋਂ ਬਾਹਰ ਹੈ ਨਾ ਉਹ ਹੈ ਪੰਡਿਤ। ਸੋ ਪੰਡਿਤ
ਜੋ ਮਨ ਪ੍ਰਬੁੱਧ ਹੈ, ਦੂਜਿਆਂ ਨੂੰ ਲੈਕਚਰ ਦੇਣ ਦੇ ਨਾਲ ਪਹਿਲਾਂ ਆਪਣੇ ਮਨ ਨੂੰ ਸਮਝਾਵੇ, ਉਹਨੂੰ ਕਹਿੰਦੇ ਜੀ ਪੰਡਤ। ਉਹ ਪੰਡਤ ਹੈ, ਉਹ ਪੜ੍ਹਿਆ ਲਿਖਿਆ ਹੈ, ਬੀਨਾ ਤੋਂ ਭਾਵ ਦੂਰ ਅੰਦੇਸ਼। ਵੈਸੇ ਬੀਨ ਦੇ ਹੱਥ ਜਿਹੜੇ ਵਿਦਵਾਨਾਂ ਨੇ ਕੀਤੇ ਨੇ, ਇਹ ਹੁੰਦਾ ਵੇਖਣਾ, ਦੂਰਬੀਨ, ਦੂਰ ਵੇਖਣ ਵਾਲੀ ਚੀਜ਼। ਖੁਰਦਬੀਨ, ਖੁਰਦ ਕਹਿੰਦੇ ਨੇ ਛੋਟੀ ਨੂੰ, ਜਿਹੜੀ ਛੋਟੀ ਤੋਂ ਛੋਟੀ ਚੀਜ਼ ਨੂੰ ਵੇਖ ਲਈ ਉਸ ਨੂੰ ਆਪਾਂ ਕਹਿੰਦੇ ਖੁਰਦਬੀਨ, ਮਾਈਕਰੋਸਕੋਪ। ਇਸੇ ਪ੍ਰਕਾਰ ਕਹਿੰਦੇ ਉਹ ਵਿਚਾਰ ਵਿਆਨ ਹੈ, ਉਹ ਦੂਰ ਅੰਦੇਸ਼ ਹੈ, ਉਹ ਵਿਦਵਾਨ ਹੈ। ਗੁਰ ਸ਼ਬਦ ਕਰੇ ਵਿਚਾਰ, ਜਿਹੜਾ ਪਿਆਰਿਓ ਗੁਰੂ ਦੇ ਉਪਦੇਸ਼ ਦੀ ਵਿਚਾਰ ਕਰਦਾ ਸਮਝਦਾ ਹੈ। ਅੰਦਰ ਖੋਜੈ ਤਤ ਲਹੈ, ਸੋ ਜਿਹੜਾ ਅੰਦਰੋਂ ਪੜਤਾਲ ਕਰਦਾ, ਆਪਾਂ ਤਾਂ ਬਾਹਰ ਭੱਜੇ ਫਿਰਦੇ ਹਾਂ। ਬਾਣੀ ਕਹਿੰਦੀ ਸੋ ਬ੍ਰਹਮੰਡੇ, ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੇ ਸੋ ਪਾਵੈ। ਜਿੰਨਾ ਕੁਝ ਬ੍ਰਹਮੰਡ ਵਿੱਚ ਗੁਰਮੁਖਾ ਸਾਰਾ ਕੋਈ ਤੇਰੇ ਅੰਦਰ, ਪਰ ਤੂੰ ਅੰਦਰ ਝਾਕਦਾ ਹੀ ਨਹੀਂ। ਇੱਕ ਮੁਸਲਮਾਨ ਵਿਦਵਾਨ ਹੋਇਆ ਸੁਲਤਾਨ ਬਾਹੂ, ਉਹਨੇ ਬੜਾ ਸੁੰਦਰ ਲਿਖਿਆ, ਕਹਿੰਦੇ ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ ਹੂ, ਵਿੱਚੇ ਬੇੜੇ ਵਿੱਚੇ ਝੇੜੇ, ਵਿੱਚੇ ਦਰਿਆ ਤੇ ਮੰਝ ਮੁਹਾਣੇ ਹੂ। 14 ਤਬਕ ਬੰਦੇ ਦੇ ਅੰਦਰ, ਤੰਬੂ ਵਾਂਗਣ ਤਾਣੇ ਹੂ। ਜਿਤੀਆਂ ਤਨ ਮੇਰੇ ਨੂੰ ਲੱਗੀਆਂ, ਸ਼ਾਲਾ ਹਿੱਕ ਲੱਗੀ ਤਾਂ ਜਾਣੀ ਹੂ। ਸੁਲਤਾਨ ਬਾਹੂ ਕਹਿੰਦੇ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ, ਗੁਰਮੁਖਾ ਸਵੈ ਪਰਚੋਲ ਕਰ, ਅੰਦਰੋਂ ਸਮਝ, ਤਾਤੋਂ ਭਾਵ ਸਿਧਾਂਤ ਨੂੰ ਸਮਝਣਾ ਕਰ। ਪਾਏ ਮੋਖ ਦੁਆਰ, ਫਿਰ ਗੁਰਮੁਖਾ ਤੂੰ ਮੁਕਤੀ ਦੇ ਦਰ ਤੱਕ ਪਹੁੰਚ ਜਾਏਗਾ। ਗੁਣ ਨਿਧਾਨ ਹਰ ਪਾਇਆ, ਜਿਹੜਾ ਪਰਿਪੂਰਨ ਪ੍ਰਮਾਤਮਾ ਭਾਈ, ਉਹ ਗੁਣਾਂ ਦਾ ਖਜ਼ਾਨਾ ਹੈ। ਸਹਿਜ ਕਰੇ ਵਿਚਾਰ, ਆਪਣੇ ਮਨ ਨੂੰ ਅਡੋਲ ਕਰਕੇ ਇਹ ਵਿਚਾਰ ਕਰਨਾ ਕਰ, ਸਮਝਣਾ ਕਰ। ਧੰਨ ਵਪਾਰੀ ਨਾਨਕਾ, ਵਪਾਰੀ ਤੋਂ ਭਾਵ ਹੁੰਦਾ ਕੁਝ ਦੇਣਾ ਤੇ ਕੁਝ ਲੈਣਾ। ਕਹਿੰਦੇ ਨੇ ਉਹ ਵਪਾਰੀ ਧਨਤਾ ਦੇ ਯੋਗ ਹਨ, ਜਿਸ ਗੁਰਮੁਖ ਨਾਮ ਆਧਾਰ। ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕਰਕੇ ਪ੍ਰਮਾਤਮਾ ਦੇ ਨਾਮ ਨੂੰ ਆਪਣਾ ਆਧਾਰ ਬਣਾ ਲਿਆ। ਆਪਾਂ ਆਨੰਦ ਸਾਹਿਬ ਦੀ ਬਾਣੀ 'ਚ ਪੜ੍ਹਦੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਕਮਾਈਆਂ। ਜਦੋਂ ਸੱਚੇ ਪ੍ਰਮਾਤਮਾ ਦਾ ਨਾਮ ਆਧਾਰ ਬਣ ਗਿਆ ਨਾ, ਮੁੜ ਕੇ ਕਿਸੇ ਪ੍ਰਕਾਰ ਅੰਦਰ ਲਾਲਸਾ ਨਹੀਂ ਰਹਿੰਦੇ। ਮਹੱਲਾ ਤੀਜਾ, ਵਿਣ ਮਨ ਮਾਰੇ ਕੋਏ ਨਾ ਸਿਜਈ। ਜਿੰਨਾ ਚਿਰ ਗੁਰਮੁਖੋਂ ਮਨ ਕੰਟਰੋਲ ਨਹੀਂ ਨਾ ਹੁੰਦਾ, ਉਹਨਾਂ ਚਿਰ ਨਜਿੱਠਿਆ ਨਹੀਂ ਜਾਣਾ। ਸਿੱਜੀ ਤੋਂ ਭਾਵਨਾ ਨਜਿੱਠਣਾ। ਤੇ ਮਨ ਮਰੇਗਾ ਕਿਵੇਂ? ਰੋਜ਼ਾਨਾ ਪੜ੍ਹਦਿਆਂ ਮਨ ਵਿੱਚ ਸਤਿਗੁਰੂ ਕੇ ਪਾਸ, ਇਹ ਮਨ ਗੁਰੂ ਨੂੰ ਦੇਣਾ ਕਰ। ਆਪਾਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ। ਜੋ ਮੈਂ ਸਮਝਿਆ ਪੜ੍ਹਿਆ ਬਜ਼ੁਰਗਾਂ ਕੋਲੋਂ, ਕਿਸੇ ਨੇ 10 ਮੱਥਾ ਟੇਕਿਆ, ਕਿਸੇ ਨੇ ਫੁੱਲ ਮੱਥਾ ਟੇਕਿਆ, ਕਿਸੇ ਬਸਤਰ ਮੱਥਾ ਟੇਕਿਆ, ਆਪੋ ਆਪਣੀ ਭਾਵਨਾ। ਗੁਰਮੁਖਾ ਜੋ ਤੂੰ ਕਰਦਾ ਠੀਕ ਹੈ, ਪਰ ਇਹਦੇ ਨਾਲ ਕਿਤੇ ਮਨ ਵੀ ਗੁਰੂ ਨੂੰ ਮੱਥਾ ਟੇਕਿਆ ਕਰੀਏ ਵੀ ਮੇਰੇ ਪਾਤਸ਼ਾਹ ਇਹ ਮਨ ਬੜਾ ਪਰੇਸ਼ਾਨ ਕਰਦਾ ਈ, ਇਹ ਬੜਾ ਚੰਦਰਾ ਮੇਰਾ ਦੁਸ਼ਮਣ ਹੈ, ਕਿਤੇ ਕਿਰਪਾ ਕਰ ਮੇਰੇ ਮਨ ਨੂੰ ਫੜ ਲੱਗ। ਕਿਤੇ ਆਪਾਂ ਮਨ ਫੇਰ ਚੁੱਕ ਲੈਂਦੇ ਆ, ਪੈਸੇ ਨਹੀਂ ਚੁੱਕਦੇ, ਨਾ ਬਸਤਰ ਚੁੱਕੇ ਨਾ ਪੈਸੇ ਚੁੱਕੇ, ਲੇਕਿਨ ਮਨ ਚੁੱਕ ਲਿਆ ਤੇ ਮਨ ਹੈ ਹੀ ਪਵਾੜਿਆਂ ਦੀ ਜੜ। ਸਾਡੀ ਕੌਮ ਦੇ ਮਹਾਨ ਵਿਦਵਾਨ ਹੋਏ ਨੇ ਭਾਈ ਨੰਦ ਲਾਲ ਸਿੰਘ ਜੀ, ਦਸਮ ਪਾਤਸ਼ਾਹ ਦੀ ਰਹਿਮਤ ਦੇ ਮਹਾਨ ਪਾਤਰ। ਉਹਨਾਂ ਦੀਆਂ ਪੰਕਤੀਆਂ ਬੜੀਆਂ ਮਨ ਨੂੰ ਟੁੰਮਦੀਆਂ। ਕਹਿੰਦੇ ਮਨਾ ਸ਼ੈਤਾਨਾ, ਭਾਈ ਨੰਦ ਲਾਲ ਜੀ, ਮਨਾ ਸ਼ੈਤਾਨਾ ਇਹ ਟੀਕਾ ਕੀਤਾ ਵਿਦਵਾਨਾਂ ਨੇ। ਉਹਨਾਂ ਦੀ ਫਾਰਸੀ ਦੀ ਲਿਖਤ ਹੈ ਤੇ ਵਿਦਵਾਨਾਂ ਨੇ ਟੀਕਾ ਕੀਤਾ। ਮਨਾ ਸ਼ੈਤਾਨਾ ਬੇਈਮਾਨਾ, ਕਦੇ ਤਾਂ ਟਿਕ ਕੇ ਬਹਿ ਜਾ, ਨਿਤ ਸਿਆਪੇ ਤੇਰੇ ਕਰਦਾ, ਕਦੇ ਤਾਂ ਟਿਕ ਕੇ ਬਹਿ ਜਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਵਿਣ ਮਨ ਮਾਰੇ ਕੋਈ ਨਾ ਸਿੱਝੀ। ਜਿੰਨਾ ਚਿਰ ਮਨ ਨਾ ਮਰਿਆ ਉਹਨਾਂ ਚਿਰ ਨਜਿੱਠਿਆ ਨਹੀਂ ਜਾਣਾ। ਵੇਖੋ ਕੋ ਲਿਵ ਲਾਏ, ਇਕਾਗਰ ਹੋ ਕਰਕੇ ਆਪਣੀ ਲਿਵ ਨੂੰ ਲਾ ਕਰਕੇ ਵੇਖਣਾ ਕਰ। ਇਹ ਲਿਵ ਕਿੰਨੀ ਕੁ ਜ਼ਰੂਰੀ ਹੈ। ਸਾਚੀ ਲਿਵੇ ਬਿਨ ਦੇਰ ਨਿਮਾਣੀ, ਦੇਰ ਨਿਮਾਣੀ ਲਿਵੇ ਬਾਝੋਂ, ਕਿਆ ਕਰੇ ਵਿਚਾਰਿਆ। ਭੇਖ ਧਾਰੀ ਤੀਰਥੀ ਭਵ ਥਕੇ, ਕਹਿੰਦੇ ਲਿਬਾਸਾਂ ਨੂੰ ਧਾਰਨ ਵਾਲੇ ਜ਼ਿੰਦਗੀ ਪਰਯੰਤ ਆ ਲਾ ਲਾਂ ਆ ਪਾ ਲਾਂ। ਆਪਾਂ ਕਹਿੰਦੇ ਕੱਪੜੇ ਧੋਤੇ ਤਾਂ ਹੈ, ਪਰ ਪ੍ਰੈਸ ਨਹੀਂ ਹੋਏ। ਬਾਹਰ ਅੰਦਰ ਜਾਣਾ ਤੇ ਕੀ ਕਹਿਣਗੇ ਲੋਕੀ? ਇਹ ਆਪਾਂ ਬੜਾ ਕੁਛ ਕਹਿੰਦੇ ਵੀ ਇਹਦੀ ਕਰੀਜ਼ ਨਹੀਂ ਫਿੱਟ।
ਗੁਰਮੁਖਾ ਮਨ ਦੀ ਕਰੀਜ ਮਾਰ ਕੇ, ਮਨ ਦੀ ਕਰੀਜ ਸੀ ਕੀ ਖਤਰਾ, ਕਪੜਾ ਸਾਫ਼ ਕਰਨਾ ਨਾ। ਭੇਖਾਂ ਨੂੰ, ਲਿਬਾਸ ਨੂੰ ਧਾਰਨ ਵਾਲੇ ਲੋਕ ਲਿਬਾਸ ਧਾਰ ਧਾਰ ਕੇ ਤੀਰਥਾਂ ਤੇ ਪੌਂ ਪੌਂ ਕੇ ਥੱਕ ਗਏ, ਪਰ ਯਾਦ ਰੱਖੀ ਨਾ ਇਹੋ ਮਨ ਮਾਰਿਆ ਜਾਏ। ਨਾ ਤੀਰਥਾਂ ਤੇ ਜਾਣ ਕਰਕੇ, ਨਾ ਲਿਬਾਸਾਂ ਦੇ ਬਦਲਣ ਕਰਕੇ ਮਨ ਨਹੀਂ ਮਾਰਿਆ ਜਾਣਾ। ਗੁਰਮੁਖ ਇਹੋ ਮਨ ਜੀਵਤ ਮਰੈ। ਸੋ ਭਾਈ ਗੁਰਮੁਖ ਬਣ ਕੇ ਨਾ ਜੀਵਤ ਭਾਵ ਤੋਂ ਮਰਨਾ ਕਰ। ਜੀਵਤ ਭਾਵ ਤੋਂ ਮਰਨ ਦੀ ਵਿਆਖਿਆ ਬਾਬਾ ਫਰੀਦ ਜੀ ਨੇ ਇੱਕੇ ਪੰਕਤੀ ਕੀਤੀ, ਬੜੀ ਭਾਵਪੂਰਤ। ਉਹ ਕਹਿੰਦਾ, ਫਰੀਦਾ ਜਿਤ ਰੱਬ ਰਜਾਏ ਵਹਿਣ ਤਦਾਉ ਗਉ ਕਰੇ, ਕੰਦੀ ਵਹਿਣ ਨਾ ਢਾਹੇ ਤਉ ਪੀ ਲੇਖਾ ਦੇਵਣਾ। ਬਾਬਾ ਫਰੀਦ ਜੀ ਕਹਿੰਦੇ ਗੁਰਮੁਖਾ ਦਰਿਆ ਚੱਲਦਾ ਨਾ, ਦਰਿਆ ਨੂੰ ਕਹਿੰਦੇ ਭਲਿਆ ਜਿਹੜੇ ਪਾਸੇ ਨੂੰ ਰੱਬ ਲਿਜਾਂਦਾ ਉਸ ਪਾਸੇ ਨੂੰ ਤੁਰਿਆ ਚੱਲ, ਕੰਢੇ ਨਾ ਢਾ, ਤੈਨੂੰ ਲੇਖਾ ਦੇਣਾ ਪਏਗਾ। ਗੁਰਮੁਖੋ ਜਿਹੜੇ ਪਾਸੇ ਨੂੰ ਆਪਾਂ ਨੂੰ ਰੱਬ ਤੁਰਦਾ, ਆਪਾਂ ਨਹੀਂ ਜੇ ਤੁਰਦੇ ਆਪਾਂ ਕੰਢਿਆਂ ਨੂੰ ਦੌੜਦੇ ਆ ਤੇ ਦੂਜਿਆਂ ਤੇ ਦਬਾਅ ਪਾਉਂਦੇ ਆ, ਦੂਜਿਆਂ ਦੇ ਦਬਾਅ ਪਾਉਂਦੇ ਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖੋ, ਗੁਰਮੁਖ ਇਹੋ ਮਨ ਜੀਵਤ ਮਰੇ ਸੱਚ ਰਹੇ ਲਿਵ ਲਾਏ। ਜੇ ਸੱਚੇ ਪ੍ਰਮਾਤਮਾ ਦੇ ਨਾਲ ਆਪਣੀ ਸੁਰਤੀ ਨੂੰ ਜੋੜੇਗਾ ਤਾਂ ਮਨ ਮਰੇਗਾ। ਨਾਨਕ ਇਸ ਮਨ ਕੀ ਮਲ ਇਉਂ ਉਤਰੈ। ਇਸ ਢੰਗ ਦੇ ਨਾਲ ਇਹ ਮਨ ਦੀ ਮੈਲ ਲੈ ਸਕਦੀ ਹੈ। ਹਉ ਮੈਂ ਸ਼ਬਦ ਜਲਾਏ। ਗੁਰੂ ਦੇ ਉਪਦੇਸ਼ ਦੇ ਨਾਲ, ਜਿਵੇਂ ਆਪਾਂ ਡੱਬੀ ਲੈਨੇ ਨਾ, ਤੇ ਭਾਵੇਂ ਕਿੰਨੀਆਂ ਡੱਬੀਆਂ ਹੋਣ, ਪਰ ਜਿੰਨਾ ਚਿਰ ਗੁਰਮੁਖੋਂ ਨੂੰ ਘਸਾਈਏ ਨਾ ਉਹਨਾਂ ਚਿਰ ਅੱਗ ਨਹੀਂ ਜੇ ਬਲਦੀ। ਆਪਾਂ ਘਰਾਂ 'ਚ ਡੱਬੀਆਂ ਰੱਖੀਆਂ, ਮਾਰਚ ਰੱਖੀ ਹੈ, ਪਰ ਤੀਲੀ ਕੱਢ ਕੇ ਡੱਬੀ ਨਾਲ ਘਸਾਵਾਂਗੇ ਤੇ ਗੁਰਮੁਖੋ ਫੇਰ ਅੱਗ ਨਿਕਲੇਗੀ ਤੇ ਫੇਰ ਗੱਲ ਬਣੇਗੀ, ਬਾਲਣ ਤਾਂ ਸੜੇਗਾ। ਇਸੇ ਪ੍ਰਕਾਰ ਗੁਰੂ ਦਾ ਉਪਦੇਸ਼ ਤਾਂ ਹੈ, ਪਰ ਜਿੰਨਾ ਚਿਰ ਗੁਰਮੁਖੋ ਆਪਣੇ ਮਨ ਨਾਲ ਨਾ ਘਸਾਇਆ ਉਹਨਾਂ ਚਿਰ ਬ੍ਰਹਮ ਅਗਨੀ ਨਹੀਂ ਜੇ ਪੈਦਾ ਹੋਣੀ। ਇਹਨੂੰ ਘਸਾਉਣਾ ਕਿਵੇਂ ਹੈ? ਆਪਾਂ ਪੜ੍ਹਦੇ ਹਾਂ, ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ। ਆਪਣੇ ਸਰੀਰ ਨੂੰ ਪੁੱਛੀਏ ਪਿਆਰਿਆ, ਸੰਸਾਰ ਵਿੱਚ ਆਏ ਤੇ ਇੱਥੇ ਕੀ ਕੀ ਚੰਗਾ ਕੰਮ ਕੀਤਾ, ਕਦੇ ਪੁੱਛਿਆ ਆਪਾਂ? ਤੇ ਜੇ ਨਹੀਂ ਨਾ ਪੁੱਛਿਆ ਤੇ ਇਹਦਾ ਭਾਵ ਅਸੀਂ ਤੀਲੀ ਨਹੀਂ ਘਸਾਈ, ਤੇ ਜਿੰਨਾ ਚਿਰ ਤੀਲੀ ਨਾ ਘਸਾਈ ਉਹਨਾਂ ਚਿਰ ਗੁਰਮੁਖੋ ਤ੍ਰਿਸ਼ਨਾ ਦਾ ਜਿਹੜਾ ਗੰਦ ਪਿਆ ਉਹ ਨਹੀਂ ਜੇ ਸੜਨਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰਿਓ, ਜਿੰਨਾ ਚਿਰ ਮੈਨੂੰ ਆਪਣੇ ਗੁਰੂ ਦੇ ਉਪਦੇਸ਼ ਨਾਲ ਸਾੜਦਾ ਨਹੀਂ ਨਾ, ਉਹਨਾਂ ਚਿਰ ਇਹਦੀ ਮੈਲ ਨਹੀਂ ਲੈਣੀ। ਪੌੜੀ ਹਰ ਹਰ ਸੰਤ ਮਿਲਹੁ ਮੇਰੇ ਭਾਈ। ਅਰਦਾਸ ਕਰੀਏ, ਹੇ ਵਾਹਿਗੁਰੂ ਮੇਰੇ ਤੇ ਮਿਹਰ ਕਰ। ਹੇ ਪਰਮੇਸ਼ਰ ਦੇ ਪਿਆਰਿਓ, ਕਿਤੇ ਤੁਹਾਡੀ ਸੰਗਤ ਮਿਲੇ। ਹਰ ਨਾਮ ਦ੍ਰਿੜਾਵੋ ਇੱਕ ਕਿਨਕਾ। ਮੈਂ ਤੁਹਾਨੂੰ ਬੇਨਤੀ ਤਾਂ ਕਰਦਾ ਗੁਰਮੁਖੋ ਰੱਬ ਦੇ ਪਿਆਰਿਓ, ਕਿਤੇ ਮੇਰੇ ਅੰਦਰ ਨਾਮ ਪਰਪੱਕ ਹੋ ਜਾਏ। ਮੈਂ ਨਾਮ ਦੀਆਂ ਗੱਲਾਂ ਤਾਂ ਕਰਦਾ ਪਰ ਚੁੜੀਆਂ ਕਰਦਾ, ਮੇਰੇ ਅੰਦਰ ਨਾਮ ਉਕਰਿਆ ਨਹੀਂ ਗਿਆ। ਕਿਤੇ ਭੋਰਾ ਜਿੰਨਾ ਮੇਰੇ ਮਨ ਦੇ ਅੰਦਰ ਨਾਮ ਦ੍ਰਿੜ ਹੋ ਜਾਏ, ਪੱਕ ਹੋ ਜਾਏ, ਭਾਵ ਮੇਰਾ ਵਿਸ਼ਵਾਸ ਵੱਧ ਜਾਏ। ਹਰ ਹਰ ਸਿਗਾਰ ਬਣਾਵੋ ਹਰ ਜਨ। ਆਪਾਂ ਦੁਨਿਆਵੀ ਸ਼ਿੰਗਾਰਾਂ ਤੇ ਬੜਾ ਜ਼ੋਰ ਦਿੰਦੇ ਆ। ਹਜ਼ੂਰ ਕਹਿੰਦੇ ਹਰੇ ਪਰੇ ਕਰਨਾ, ਪ੍ਰਮਾਤਮਾ ਨੂੰ ਚੇਤੇ ਕਰਨਾ, ਕਿਤੇ ਸ਼ਿੰਗਾਰ ਬਣਾਉਣਾ ਕਰੀਏ। ਸ੍ਰੀ ਰਾਗ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸ਼ਿੰਗਾਰ ਦੇ ਅੰਤਰੀਵ ਅਰਥ ਬਹੁਤ ਸੁੰਦਰ ਕੀਤੇ ਹਨ। ਸਾਡੀਆਂ ਬੀਬੀਆਂ ਭੈਣਾਂ ਧੀਆਂ ਚੂੜੀਆਂ ਵਗੈਰਾ ਪਾਉਂਦੀਆਂ ਨੇ ਨਾ, ਤੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਧੀਏ ਆ ਮੈਂ ਤੈਨੂੰ ਦੱਸਾਂ ਚੂੜੀਆਂ ਕਿਹੜੀਆਂ ਪਾਉਣੀਆਂ ਨੇ। ਜਿਹੜੀ ਮੈਂ ਬੇਨਤੀ ਕਰਨ ਲੱਗਾ, ਕਿਸੇ ਮੇਰੀ ਭੈਣ ਜਾਂ ਭਰਾ ਨੇ ਪੜ੍ਹਨਾ ਵਾ ਨਾ ਤੇ ਸ੍ਰੀ ਰਾਗ ਵਿੱਚੋਂ ਵਿਸਤਾਰ ਨਾਲ ਪੜ੍ਹ ਲੈਣਾ। ਸ੍ਰੀ ਰਾਗ ਵਿੱਚੋਂ ਹਜ਼ੂਰ ਕਹਿੰਦੇ ਕਰ, ਜਿਹੜਾ ਕਰਤਾਰ ਕਰਤਾਰ ਕਰਨਾ ਇਹ ਚੂੜਾ ਪਾਉਣਾ, ਚੂੜੀਆਂ ਪਾਉਣੀਆਂ ਨੇ। ਕਰ ਕਰ ਕਰਤਾ ਕੰਗਣ ਪਹਿਰੇ ਦਮੋਦਰ ਦੰਤ ਲਈ। ਦੰਤ ਤੋਂ ਪਾਬੰਦ ਆਪਾਂ ਮੂੰਹ ਦੀ ਸਫਾਈ ਵਾਸਤੇ ਅੱਜ ਕੱਲ੍ਹ ਪੇਸਟ ਵਗੈਰਾ ਆ ਗਈ। ਅੱਗੇ ਲੋਕੀ ਸੱਕ ਜਾ ਹੁੰਦਾ ਸੀ ਤੇ ਉਹਨੂੰ ਚੱਬਦੇ ਸਨ, ਉਹਦੇ ਨਾਲ ਮੂੰਹ ਸਾਫ਼ ਹੁੰਦਾ ਸੀ। ਮੈਨੂੰ ਨਾਂ ਭੁੱਲ ਗਿਆ ਉਹਦਾ। ਸੱਕ ਵਿਆਹ ਦੇ ਮੌਕੇ ਜਿੰਨਾ ਕਦੇ ਦਾਤਨ ਨਹੀਂ ਸੀ ਕੀਤੀ, ਉਹਨਾਂ ਵੀ ਸੱਕ ਜਾ ਚੱਬਣਾ ਤਾਂ ਕਿ ਮੂੰਹ ਸਾਫ਼ ਹੋ ਜਾਏ, ਰੋਟੀ ਪਾਣੀ ਚੰਗਾ ਲੱਗੇ, ਸਵਾਦੀ। ਕਹਿੰਦੇ ਜੀ ਦਾਤਨ ਕਰਨੀ ਆ ਨਾ, ਜਿਹੜਾ ਦਮੋਦਰ ਨੂੰ ਚੇਤੇ ਕਰਨਾ, ਇਹ ਧੀਏ ਮੇਰੀਏ ਬੱਚੀਏ ਇਹ ਦੰਦਾਸਾ ਕਰਨਾ ਕਰ।
ਮੈਂ ਵਾਰ-ਵਾਰ ਸੇਫਟੀ ਲਈ ਮੈਂ ਤਾਂ ਇਹ ਵਾਰ-ਵਾਰ ਦੁਹਰਾ ਰਿਹਾ ਵੀ ਕਈਆਂ ਨੇ ਕਹਿਣਾ ਅੱਜ ਮੰਡੀ ਸਾਹਿਬ ਵਾਲਾ ਗਿਆਨੀ ਪਤਾ ਨਹੀਂ ਕਿਹੜੇ ਪਾਸੇ ਚਲਾ ਗਿਆ। ਮੈਂ ਸਪਸ਼ਟੀਕਰਨ ਦੇਣਾ, ਮੁੜ ਕੇ ਮੈਨੂੰ ਘੇਰਨਾ ਲੈਣਾ। ਬਾਣੀ ਦਾ ਸ਼ਬਦ ਹੈ ਸ੍ਰੀ ਰਾਗ ਵਿੱਚ, ਕਰ ਕਰ ਕਰਤਾ ਕੰਗਣ ਪਹਿਰੇ ਦਮੋਦਰ ਦੰਤ ਲਈ, ਧੀਜ ਧੜੀ ਬੰਧਾਵੇ ਕਾਮਣ ਸ੍ਰੀ ਰੰਗ ਸੁਰਮਾ ਦੇਈ। ਅੱਗੇ ਬੀਬੀਆਂ ਮੀਡੀਆਂ ਕਰਦੀਆਂ ਸਨ ਤੇ ਹੁਣ ਤਾਂ ਸਾਨੂੰ ਅਰਥ ਭੁੱਲ ਜਾਣੇ ਨਵੀਆਂ ਪੀੜ੍ਹੀਆਂ ਨੂੰ, ਕਿਉਂਕਿ ਅਸੀਂ ਤਾਂ ਵੇਖਿਆ ਨਾ ਬਚਪਨ ਮੀਡੀਆਂ ਹੁੰਦੀਆਂ ਸੀ। ਹੁਣ ਤਾਂ ਕੰਮ ਹੀ ਨਿਬੜ ਗਿਆ। ਬੀਬੀਆਂ ਨੇ ਨਾ ਮੀਡੀਆਂ ਤੇ ਨਾ ਕੋਈ ਗੁੱਤ ਨਾ ਕੋਈ ਕੱਪੜਾ, ਐਨ ਖਿਲਾਰ ਦਿੱਤੇ ਨੇ ਵਾਲ। ਬੜਾ ਬਦਸਗਨ ਜੇ ਧੀਓ, ਬੜਾ ਬਦਸਗਨ ਜੇ, ਵਾਲ ਖਿਲਾਰਨਾ ਹੁਣ ਤਾਂ ਫੈਸ਼ਨ ਬਣ ਗਿਆ ਨਾ। 84 ਦੇ ਅਟੈਕ ਤੋਂ ਬਾਅਦ 5-7 ਮਹੀਨੇ ਮੈਂ ਆਪਣੇ ਪਿੰਡ ਗਿਆ। ਸਾਡੇ ਸਕਿਆਂ 'ਚ ਮੇਰਾ ਕੋਈ ਭਾਈ ਸੀ, ਉਹਦੀ ਮੌਤ ਹੋ ਗਈ ਤੇ ਮੈਂ ਵੀ ਮਗਰ ਗਿਆ। ਜਾਣਾ ਮੇਰਾ ਫਰਜ਼ ਬਣਦਾ ਸੀ, ਪਰ ਮੈਂ ਕਦੇ ਗਿਆ ਨਹੀਂ ਸਾਂ। ਤੇ ਮੈਂ ਵੇਖਿਆ ਉਹ ਬੀਬੀਆਂ 3-4, ਉਹਨਾਂ ਦੇ ਸਿਰ ਖੁੱਲ੍ਹੇ ਨੰਗੇ। ਵੈਸੇ ਉਹਨਾਂ ਢੱਕੇ ਸੀ, ਹੁਣ ਤਾਂ ਆਪਾਂ ਢੱਕਣੋਂ ਵੀ ਕੰਮ ਨਿਬੇੜ ਦਿੱਤਾ ਨਾ। ਇਹ ਮੈਂ ਅੰਦਾਜ਼ਾ ਤਾਂ ਲਾਇਆ ਵੀ ਕਹਿੰਦੀਆਂ ਨੇ ਵਿਗਿਆਨੀ ਜੀ ਕਰੋਨਾ ਦੀ ਉਧਰ ਬਾਹਰ ਜੰਗ ਚੱਲ ਰਿਹਾ ਰਸ਼ੀਆ, ਤੇ ਅਸੀਂ ਤਾਂ ਕੱਪੜੇ ਬੰਦ ਕੀਤੇ ਵੀ ਮਹਿੰਗਾਈ ਬੜੀ ਹੈ, ਜਿੰਨਾ ਹੋ ਸਕਾ ਕੱਪੜਿਆਂ ਦਾ ਖਰਚਾ ਬਚਾ ਲਈਏ। ਤੇ ਜੋ ਸਿਰ ਢੱਕਣਾ ਇੱਕ ਸਾਡੇ ਸਮਾਜ ਦਾ ਮਹਾਨ ਅੰਗ ਹੈ, ਸਾਡੀ ਖਾਸ ਕਰਕੇ ਭਾਰਤੀ ਸੰਸਕ੍ਰਿਤੀ। ਮੈਂ ਪਾਸੇ ਨਾ ਜਾਵਾਂ। ਮੈਂ ਬਜ਼ੁਰਗਾਂ ਨੂੰ ਪੁੱਛਿਆ ਵੀ ਬਾਪੂ ਜੀ ਇਹ ਕੀ? ਉਹ ਕਹਿਣ ਲੱਗਾ, ਪੁੱਤਰਾ ਜਦੋਂ ਕਿਸੇ ਦੇ ਘਰ ਮੌਤ ਹੋਵੇ ਨਾ, ਇਹ ਸੋਗ ਦੀ ਨਿਸ਼ਾਨੀ ਹੈ, ਸਿਰ ਵਾਲਾਂ ਨੂੰ ਖਿਲਾਰਨਾ। ਅੱਜ ਬਿਨਾਂ ਸੋਗ ਤੋਂ ਅਸੀਂ ਆਪਣੇ ਸਿਰ ਖਿਲਾਰ ਦਿੱਤਾ। ਮੈਂ ਪਾਸੇ ਨਾ ਜਾਵਾਂ ਕਿਉਂਕਿ ਆਪਾਂ ਅੱਗੇ ਪੜ੍ਹਨਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਧੀਰਜ ਧੜੀ ਬੰਧਾਵੇ ਕਾਮਣ। ਜਿਹੜੀਆਂ ਮੀਡੀਆਂ ਕਰਨੀਆਂ ਨੇ ਨਾ, ਇਹ ਹੌਸਲਾ ਕਰਨਾ, ਇਹ ਧੀਏ ਮੀਡੀਆਂ ਕਰ। ਸ੍ਰੀ ਰੰਗ ਸੁਰਮਾ ਦੇਈ, ਉਸ ਪ੍ਰਮਾਤਮਾ ਨਾਲ ਪ੍ਰੇਮ ਕਰਨਾ, ਇਹ ਸੁਰਮਾ ਪਾਉਣਾ ਕਰ। ਇਹ ਅੰਤਰੀਵ ਸ਼ਿੰਗਾਰ ਲਿਖੇ ਨੇ ਗੁਰੂ ਨਾਨਕ ਪਾਤਸ਼ਾਹ ਨੇ ਸ੍ਰੀ ਰਾਗ ਵਿੱਚ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਰ ਹਰ ਸ਼ਿੰਗਾਰ ਬਣਾਵੋ ਹਰ ਜਨ। ਇਹ ਹਰੀ ਦੇ ਪਿਆਰਿਓ, ਹਰੀ ਹਰੀ ਕਰਨਾ, ਇਹ ਸ਼ਿੰਗਾਰ ਬਣਾਉਣਾ ਕਰੋ। ਹਰ ਕਾਪੜ ਪਹਿਰੋ ਖਿਮ ਕਾ। ਇਹ ਪਿਆਰਿਆ ਜਿਹੜਾ ਕਿਸੇ ਨੂੰ ਮੁਆਫ ਕਰਨਾ, ਇਹ ਕੱਪੜਾ ਪਹਿਨਣਾ ਕਰ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਵਿੱਚ ਇੱਕ ਸਾਖੀ ਹੈ। ਕਿਸੇ ਸਿੱਖ ਨੇ ਸਵਾਲ ਕੀਤਾ, ਮਹਾਰਾਜ ਜੇ ਕੋਈ ਤੰਗ ਕਰੇ ਤੇ ਕੀ ਕਰੀਏ? ਕਹਿੰਦੇ ਉਹਨੂੰ ਕਹਿਣਾ ਵੀ ਗੁਰਮੁਖਾ ਰੱਬ ਤੇਰਾ ਭਲਾ ਕਰੇ, ਉਹਨੂੰ ਮਾਫ ਕਰ ਦਿਓ। ਉਹ ਕਹਿਣ ਲੱਗਾ ਜੀ ਫੇਰ ਨਾ ਹਟੇ। ਗੁਰਦੇਵ ਕਹਿੰਦੇ ਮਾਫ ਕਰ ਦਿਓ। ਉਹ ਤੀਜੀ ਵਾਰ ਕਹਿਣ ਲੱਗਾ ਪਾਤਸ਼ਾਹ ਇੱਕੋ ਗੱਲ ਕਹੀ ਜਾਂਦੇ ਵੀ ਉਹਨੂੰ ਮਾਫ ਕਰ ਦਿਓ, ਮਾਫ ਕਰ ਦਿਓ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗਾ ਗੁਰਮੁਖਾ ਤੂੰ ਮਾਫ ਕਰੀ ਚੱਲ, ਮੁੜ ਕੇ ਤੇਰੇ ਤੋਂ ਬਾਅਦ ਵਾਹਿਗੁਰੂ ਵੇਖੇਗਾ ਵੀ ਮੈਂ ਉਹਦੇ ਨਾਲ ਕੀ ਕਰਨਾ। ਤੇ ਆਪਾਂ ਤਾਂ ਮੁਆਫੀ ਦਿੰਦੇ ਨਹੀਂ ਕਿਸੇ ਨੂੰ। ਆਪਾਂ ਤਾਂ ਘਰ ਛੱਡਣ ਤੱਕ ਜਾਂਦੇ ਵੀ ਹਾਂ ਜਾਂ ਤੇਰੀ ਜ਼ਰੂਰਤ ਮੈਨੂੰ ਕੋਈ ਟੋਕਣ ਦੀ। ਗੁਰਦੇਵ ਕਹਿੰਦੇ ਖਿਮਾ ਕਰ ਦਿਆ ਕਰ, ਉਹਨੂੰ ਆਖਿਆ ਕਰ ਗੁਰਮੁਖਾ ਜਾ ਤੇਰਾ ਵਾਹਿਗੁਰੂ ਭਲਾ ਕਰੇ, ਤੈਨੂੰ ਵਾਹਿਗੁਰੂ ਸਮਤ ਦੇਵੇ। ਇਹ ਮੈਂ ਕੋਲੋਂ ਨੂੰ ਹੀ ਕਹਿ ਰਿਹਾ। ਹਜ਼ੂਰ ਕਹਿੰਦੇ ਹਰ ਕਾਪੜ ਪਹਿਰੋ ਖਿਮਕਾ, ਕਿਸੇ ਨੂੰ ਮਾਫ ਦੇਣਾ ਗੁਰਮੁਖਾ, ਇਹ ਕੱਪੜੇ ਪਹਿਨਣਾ ਕਰ। ਐਸਾ ਸਿਗਾਰ ਮੇਰੀ ਪ੍ਰਭ ਭਾਵੈ। ਇਹੋ ਜਿਹਾ ਸ਼ਿੰਗਾਰ ਉਹ ਮੇਰੇ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ। ਹਰ ਲਾਗੈ ਪਿਆਰਾ ਪ੍ਰੇਮ ਕਾ। ਗੁਰਮੁਖਾ ਜਦੋਂ ਤੂੰ ਪਿਆਰ ਨਾਲ ਪ੍ਰੇਮ ਕਰਨ ਲੱਗ ਪਏਗਾ, ਮੈਂ ਤੂੰ ਪਰਾਂ ਹੋ ਕਰਕੇ ਹਰ ਹਰ ਨਾਮ ਬੋਲੋ ਦਿਨ ਰਾਤੀ। ਦਿਨੇ ਰਾਤ ਜਦੋਂ ਵੀ ਚੇਤੇ ਆਉਂਦਾ ਪ੍ਰਮਾਤਮਾ ਦਾ ਨਾਮ ਲਈ ਚੱਲ। ਅਨੰਦਪੁਰ ਸਾਹਿਬ ਬੱਚਿਆਂ ਦਾ ਸਮਾਗਮ ਸੀ, ਗੁਰਮਤਿ ਵਿਚਾਰਾਂ। ਉੱਥੇ ਇੱਕ ਮੈਨੂੰ ਬੱਚਾ 13-14 ਸਾਲਾਂ ਦਾ ਕਹਿਣ ਲੱਗਾ ਬਾਬਾ ਜੀ ਸਵੇਰੇ ਜਾਗ ਨਹੀਂ ਆਉਂਦੀ ਤੇ ਦਿਨੇ ਬਾਣੀ ਪੜ੍ਹ ਲਿਆ। ਕਿ ਮੈਂ ਕਿਹਾ ਪੁੱਤਰਾ ਗੁਰੂ ਤੇਰਾ ਭਲਾ ਕਰੇ, ਜੇ ਸਵੇਰੇ ਰੋਟੀ ਨਹੀਂ ਖਾਈ ਤੇ ਆਪਾਂ 10 ਵਜੇ ਖਾ ਲੈਣਾ, ਹੈ ਤਾਂ ਖੁਰਾਕ ਹੀ ਨਾ। ਇਹਦਾ ਸਾਡਾ ਬਹਾਨਾ ਵੀ ਸਵੇਰ ਨੇ ਬਾਣੀ ਪੜ੍ਹੀ ਗਈ, ਦੁਪਹਿਰੇ ਗੁਰਮੁਖ ਹੋ ਜੇ ਦੁਪਹਿਰੇ ਰੋਟੀ ਖਾ ਲੈਣ ਤੇ ਦੁਪਹਿਰੇ ਕੀ ਹੈ? ਜਦੋਂ ਵੀ ਮੌਕਾ ਮਿਲਦਾ ਹੈ ਉਦੋਂ ਚੇਤੇ ਕਰਿਆ ਚੱਲੀਏ, ਉਦੋਂ ਹੀ ਚੇਤੇ ਕਰੀਏ। ਜੇ ਦਿਨੇ ਟਾਈਮ ਮਿਲਿਆ ਤੇ ਦਿਨੇ ਵਾਹਿਗੁਰੂ ਕਹਿ ਲਈਏ, ਜੇ ਸ਼ਾਮ ਨੂੰ ਮਿਲਿਆ ਤੇ ਉਦੋਂ ਵਾਹਿਗੁਰੂ ਕਹਿ ਲਈਏ। ਇਹ ਮੇਰੇ ਗੁਰੂ ਬਾਪਾ ਕਹਿੰਦਾ ਹੈ ਹਰ ਹਰ ਨਾਮ ਬੋਲੋ ਦਿਨ ਰਾਤੀ। ਹੇ ਪਿਆਰਿਓ ਦਿਨੇ ਬੋਲਣਾ ਕਰੋ, ਰਾਤ ਨੂੰ ਬੋਲਣਾ ਕਰੋ, ਵਾਹਿਗੁਰੂ 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 ਕਹਿਣਾ ਕਰੋ। ਸਭ ਕਿਲ ਬਿਖ ਕਾਟੈ ਇੱਕ ਪਲਕਾ। ਇੱਕ ਪਲ ਦੇ ਵਿੱਚ ਜਿਹੜਾ ਪ੍ਰਮਾਤਮਾ ਤੇਰੇ ਪਾਪਾਂ ਨੂੰ ਕੱਟ ਦੇਗਾ, ਖਤਮ ਕਰ ਦੇਗਾ। ਹਰ ਹਰ ਦਇਆਲ ਹੋਵੇ ਜਿਸ ਉੱਪਰ। ਉਹ ਹਰੇ ਪਰੇ ਕਰਨ ਵਾਲਾ, ਦੁੱਖਾਂ ਦਾ ਹਰਕ ਜੀ ਦੇ ਉੱਪਰ ਦਇਆ ਕਰੇ। ਸੋ ਗੁਰਮੁਖ ਹਰ ਜਪ ਜਿਨ ਕਾ। ਉਹ ਭਾਈ ਗੁਰਮੁਖ ਬਣ ਕੇ ਹਰੀ ਦਾ ਜਾਪ ਕਰਕੇ ਇਹ ਜੀਵਨ ਦੀ ਬਾਜੀ ਜਿੱਤ ਗਏ। ਕੌਣ?
ਜਿਨ੍ਹਾਂ ਨੇ ਇਹੋ ਜਿਹਾ ਸ਼ਿੰਗਾਰ ਕੀਤਾ, ਜਿਨ੍ਹਾਂ ਨੇ ਕਿਸੇ ਨੂੰ ਮਾਫ ਕਰ ਦਿੱਤਾ, ਉਹ ਜੀਵਨ ਦੀ ਬਾਜੀ ਜਿੱਤ ਕੇ ਗਏ। ਹੁਣ ਆਨੰਦ ਸਾਹਿਬ ਦੇ ਵਿੱਚ ਜਿਵੇਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ 31ਵੀਂ ਪੌੜੀ 'ਚ ਜਵਾਨ ਦਾ ਦ੍ਰਿਸ਼ਟਾਂਤ ਦੇ ਕਰਕੇ ਸਮਝਾ ਰਹੇ ਨੇ, ਸਰਵਣ ਕਰੀਏ। ਹਰ ਰਾਸ ਮੇਰੀ ਮਨ ਵਣਜਾਰਾ। ਆਪਾਂ ਕਹਿੰਦੇ ਗਿਆਨੀ ਜੀ ਦੁਕਾਨ ਪਾਈਏ ਤੇ ਉਹਦੇ 'ਚ ਇੰਨੀ ਰਾਸ ਹੈ। ਗੁਰਜੀਤ ਦੇਵ ਕਹਿੰਦੇ ਸਾਡੀ ਰਾਸ ਕਿਹੜੀ ਹੈ? ਪਰਮਾਤਮਾ ਦਾ ਨਾਮ। ਜਿਹੜਾ ਮਨ ਹੈ ਇਹਨੂੰ ਵਪਾਰੀ ਬਣਾਉਣਾ ਕੀਤਾ ਹੈ, ਵੰਡ ਵੰਡਾਰਾ ਤੋਂ ਪਾਪ ਵੰਡ ਕਰਨ ਵਾਲਾ ਵਪਾਰੀ। ਹਰ ਰਾਸ ਮੇਰੀ ਮਨ ਵਣਜਾਰਾ। ਇਹਨੂੰ ਕਹਿੰਦੇ ਦੁਬਾਰਾ ਕਿਹੜਾ? ਜਿਹੜੇ ਖੰਡਨ ਮੰਨਣ ਕਰਨ ਵਾਲੇ ਲੋਕ ਨੇ ਨਾ, ਜਿਹੜੇ ਵਿਰੋਧੀ ਨੇ, ਜਿਨ੍ਹਾਂ ਨੇ ਸਹੁੰ ਖਾਦੀ ਵੀ ਆ ਵੀ ਗਲਤ, ਆ ਵੀ ਗਲਤ, ਗੁਰਮੁਖੋ ਇਹ ਨਾ ਸਿੱਖਿਆ ਕਰੀਏ। ਕੁਝ ਵੀ ਗਲਤ ਨਹੀਂ, ਗਲਤ ਅਸੀਂ ਹਾਂ। ਅੱਜ ਕੱਲ੍ਹ ਵਿਦਵਾਨ ਜਿਹੜੇ ਗਲਤੀਆਂ ਕੱਢਦੇ ਨੇ, ਗਲਤੀਆਂ ਆ ਵੀ ਨਾ ਹੋਣਾ ਚਾਹੀਦਾ ਹੈ। ਮੈਨੂੰ ਪਤਾ ਲੱਗ ਕਿਸੇ ਨੇ ਆਖਿਆ ਵੀ ਅਰਦਾਸ ਨਹੀਂ ਕਰਨੀ ਚਾਹੀਦੀ ਮੱਧ ਦੀ, ਤੇ ਗੁਰਮੁਖੋ ਜੇ ਅਰਦਾਸ ਹੀ ਛੱਡ ਕੇ ਸਾਡੇ ਕੋਲ ਬਚੇਗਾ ਕੀ? ਅਰਦਾਸ ਸਿੱਖ ਦੀ ਰੀੜ੍ਹ ਦੀ ਹੱਡੀ ਹੈ ਗੁਰਸਿੱਖੋ। ਅਰਦਾਸ ਵਿੱਚ ਬੜੀ ਤਾਕਤ ਹੈ। ਅਰਦਾਸ ਛੱਡ ਕੇ ਤੇ ਮਾਰੇ ਜਾਵਾਂਗੇ। ਅਰਦਾਸ ਕੀਤੀ ਸਾਡੇ ਬਜ਼ੁਰਗ ਬਾਬੇ ਨੇ, 75 ਸਾਲ ਦੇ ਨੇ, ਤਰਨਤਾਰਨ ਸਾਹਿਬ ਬਾਬਾ ਦੀਪ ਸਿੰਘ ਨੇ। ਕਾਹਦੀ ਅਰਦਾਸ? ਵੀ ਗੁਰੂ ਰਾਮਦਾਸ ਪਾਤਸ਼ਾਹ ਆ ਸੀਸ ਤੇਰੀ ਅਮਾਨਤ ਹੈ। 15 ਬੂੰਦਾਂ ਪਈਆਂ ਨੇ ਅਮਰ ਦੀਆਂ, 15 ਪੰਜ ਨੇਤਰਾਂ 'ਚ ਤੇ 5 ਮੈਂ ਛਕੀਆਂ ਤੇ 5 ਸਿਰ ਵਿੱਚ। ਮੇਰੀ ਇੱਕੋ ਇੱਕ ਮੰਗ ਹੈ ਗੁਰੂ ਰਾਮਦਾਸ ਪਾਤਸ਼ਾਹ, ਇਹ ਸਿਰ ਤੇਰੇ ਚਰਨਾਂ 'ਚ ਪਹੁੰਚ ਜਾਏ। ਅਰਦਾਸ ਕੀਤੀ ਆਪ ਸੁਣੀ ਹੈ ਨਾ, ਸਾਰੇ ਜਾਣਦੇ ਆ। ਸੀਸ ਕੱਟਿਆ ਗਿਆ, ਲੇਕਿਨ ਕੱਟਿਆ ਸੀਸ ਇਸ ਅਰਦਾਸ ਦੀ ਬਦੌਲਤ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਆਇਆ। ਸਿੱਖੋ ਵੇਖਿਆ ਜੇ ਦਿਨੇ ਮੌਕਾ ਮਿਲੇ, ਰਾਤ ਮੌਕਾ ਮਿਲੇ, ਅਰਦਾਸ ਕਰੀ ਚੱਲਿਆ ਕਰੋ, ਅਰਦਾਸ ਕਰੀ ਚੱਲਿਆ ਕਰੋ। ਮੈਂ ਕਿਤੇ ਖੰਡਣ ਲਈ ਨਹੀਂ ਕਹਿ ਲਿਆ, ਗੱਲ ਕਰਦਾ ਨਾ ਕਰਨਾ ਵੀ ਮੈਂ ਕਿਸੇ ਦਾ ਵਿਰੋਧ ਕਰ ਰਿਹਾ, ਬਿਲਕੁਲ ਹੀ ਨਹੀਂ। ਗੁਰੂ ਕਿਰਪਾ ਕਰਕੇ ਇਸ ਪੱਖ ਤੋਂ ਬਾਅਦ ਪਹੁੰਚਾਵੇ। ਮੈਂ ਜਦੋਂ ਜਥੇ ਵਿੱਚ ਸ਼ਾਮਿਲ ਹੋਇਆ ਨਾ, ਤੇ ਮੈਨੂੰ ਚਾਚਾ ਜੀ ਕਹਿਣ ਲੱਗੇ ਵੀ ਗੁਰਮੁਖਾ ਇੱਕ ਸ਼ਲੋਕ ਪੜ੍ਹਿਆ ਕਰ, ਸ਼ਲੋਕ ਕਾਮ ਕ੍ਰੋਧ ਅਰ ਲੋਭ ਬਿਨ ਸੁਜਾਏ ਅੰਬੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਮੈਂ ਕਿਹਾ ਮਹਾਂਪੁਰਸ਼ੋ ਕਾਹਦੇ ਲਈ? ਕਹਿੰਦੇ ਪੁੱਤਰਾ ਇਹ ਰੋਟੀ ਪਾਣੀ ਖਾਣਾ, ਕਿਤੇ ਰੋਟੀ ਪਾਣੀ ਖਾ ਕੇ ਬੁੱਧੀ ਭ੍ਰਿਸ਼ਟ ਨਾ ਹੋ ਜਾਏ। ਆਪਾਂ ਰੋਟੀ ਪਾਣੀ ਖਾਣੀ, ਤਾਕਤ ਬਣਨੀ ਹੈ ਨਾ, ਇਹਦਾ ਭਾਵ ਹੈ ਵੀ ਗੁਰੂ ਮਹਾਰਾਜ ਮੇਰੇ ਤੇ ਕਿਰਪਾ ਕਰ, ਇਹ ਅੰਨ ਖਾਧਾ ਕਿਤੇ ਕਾਮ ਨਾ ਹਾਵੀ ਹੋ ਜਾਏ, ਕਿਤੇ ਹੰਕਾਰ ਨਾ ਹਾਵੀ ਹੋ ਜਾਏ। ਇਸ ਕਰ ਗੁਰੂ ਕੇ ਸਿੱਖੋ ਸਵਾਸ ਸਵਾਸ ਪਰਮਾਤਮਾ ਦੇ ਅੱਗੇ ਅਰਦਾਸਾਂ ਕਰਿਆ ਕਰੀਏ। ਸਵਾਸ ਸਵਾਸ ਇੱਕ ਇੱਕ ਪਲ, ਹਰ ਰਾਸ ਮੇਰੀ। ਉਹ ਗੱਲ ਵਿੱਚੇ ਰਹਿ ਚੱਲੀ ਸੀ। ਉਹ ਕਹਿੰਦੇ ਇਹਨੂੰ ਕਹਿੰਦੇ ਨੇ ਪੁੰਨ ਰੁਕਤੀ ਦੋ, ਜਿਹੜੀ ਗੱਲ ਦਬਾਈ ਜਾਵੇ। ਇਹਨੂੰ ਪੜ੍ਹੇ ਲਿਖੇ ਬੁੱਧੀਵਾਨਾਂ ਨੇ ਇਹਦਾ ਦੋਸ਼ ਲਾਇਆ, ਪੁੰਨ ਰੁਕਤੀ ਦੋਸ਼। ਤੇ ਮਸਕੀਨ ਸਾਹਿਬ ਨੇ ਬੜਾ ਸੋਹਣਾ ਜਵਾਬ ਦਿੱਤਾ, ਇਸੇ ਮੈਨੂੰ ਚੇਤੇ ਅਜੇ ਤੱਕ। ਉਹ ਕਹਿੰਦੇ ਗੁਰਮੁਖ ਇਹ ਦੋਸ਼ ਨਹੀਂ, ਆਪਾਂ ਸਵਾਸ ਲੈਨੇ ਤੇ ਕਦੇ ਆਖਿਆ ਪਹਿਲਾਂ ਵੀ ਸਵਾਸ ਲਿਆ ਤੇ ਹੁਣ ਸਵਾਸ ਬੰਦ ਕਰ ਦਈਏ? ਜੇ ਪਹਿਲਾਂ ਵੀ ਸਵਾਸ ਲਿਆ ਤੇ ਹੁਣ ਸਵਾਸ, ਇਹ ਦੋਸ਼ ਨਹੀਂ। ਤੇ ਰੱਬ ਦਾ ਨਾਮ ਦੋਸ਼ ਕਿਵੇਂ ਹੈ? ਇਹ ਮਸਕੀਨ ਸਾਹਿਬ ਨੇ ਇੱਥੇ ਜਵਾਬ ਦਿੱਤਾ ਸੀ, ਮੈਂ ਉਹਨਾਂ ਕੋਲ ਪੜ੍ਹਿਆ। ਮਸਕੀਨ ਸਾਹਿਬ ਦੀ ਕਥਾ 'ਚ ਪੁਆਇੰਟ ਲਿਆ ਮੈਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਰ ਰਾਸ ਮੇਰੀ ਮਨ ਵਣਜਾਰਾ। ਪਰਮਾਤਮਾ ਦਾ ਨਾਮ ਜਿਹੜਾ ਨਾ, ਇਹ ਮੇਰੀ ਰਾਸ ਹੈ। ਮਨ ਨੂੰ ਵਣਜਾਰਾ ਬਣਾਉਣਾ ਕੀਤਾ ਹੈ। ਸਤਿਗੁਰ ਤੇ ਰਾਸ ਜਾਣੀ। ਜਿਵੇਂ ਆਪਾਂ ਕਹਿੰਦੇ ਵੀ ਫਲਾਣਾ ਧੰਦਾ ਕਰ, ਕੱਪੜੇ ਦਾ ਕੰਮ ਚੰਗਾ ਰਹੂਗਾ, ਤੈਨੂੰ ਆੜਤ ਫਿੱਟ ਰਹੇਗੀ। ਕਹਿੰਦੇ ਇਹ ਮੇਰੇ ਗੁਰੂ ਨੇ ਮੈਨੂੰ ਸਮਝਾਉਣਾ ਕੀਤਾ। ਹਰ ਹਰ ਨਿਤ ਜਪਿਓ ਜੀਓ। ਇਹ ਮੇਰੇ ਮਨਾ ਰੋਜ਼ਾਨਾ ਤਨ ਮਨ ਦੀ ਤਹਿ ਤੂੰ ਉਸ ਪ੍ਰਮਾਤਮਾ ਨੂੰ ਚੇਤੇ ਕਰ। ਲਾਹਾ ਖੱਟੇ ਹੋ ਦਿਹਾੜੀ। ਹਾਂ ਕਈ ਵਪਾਰ ਕਰਦੇ ਤੇ ਉਹਨਾਂ 'ਚ ਘਾਟਾ ਪੈ ਜਾਂਦਾ ਹੈ, ਪਰ ਇਹਦੇ 'ਚ ਦਿਨ ਰਾਤ ਰੋਜ਼ਾਨਾ ਹਰ ਰੋਜ਼ ਤੈਨੂੰ ਫਾਇਦਾ ਹੈ। ਇਹੋ ਧਨ ਤਿਨਾ ਮਿਲਿਆ। ਪਰ ਨਾਮ ਤਨ ਕਿੰਨਾਂ ਨੂੰ ਮਿਲਿਆ ਹੈ? ਜਿਨ ਹਰਿ ਆਪੇ ਭਾਣਾ। ਜਿਹੜੇ ਹਰੀ ਪ੍ਰਮਾਤਮਾ ਨੂੰ ਭਾਗੇ ਚੰਗੇ ਲੱਗੇ। ਕਹੇ ਨਾਨਕ ਹਰ ਰਾਸ ਮੇਰੀ। ਸਤਿਗੁਰੂ ਪਾਤਸ਼ਾਹ ਕਹਿੰਦੇ ਪਿਆਰਿਓ ਹਰੀ ਦਾ ਨਾਮ ਹੀ ਮੇਰੀ ਰਾਸ ਹੈ, ਮੇਰੀ ਸੰਪਤੀ ਹੈ, ਮੇਰੀ ਪ੍ਰਾਪਰਟੀ ਹੈ। ਮਨ ਹੋਆ ਵਣਜਾਰਾ। ਮਨ ਵਪਾਰੀ ਬਣਾਉਣਾ ਕੀਤਾ ਹੈ। ਏ ਰਸਨਾ ਤੂੰ ਅਨ ਰਸ ਰਾਚ ਰਹੀ। ਇਹ ਜਿਹੜੀ ਜ਼ਬਾਨ ਹੈ ਨਾ, ਇਹਨੂੰ ਗੁਰਮੁਖੋ ਵਿਦਵਾਨਾਂ ਨੇ 2 ਭਾਗਾਂ 'ਚ ਲਿਖਿਆ। ਜਿਹੜੇ ਸਾਡੇ ਇੰਦਰੇ ਨੇ 10, 5 ਕਰਮ ਇੰਦਰੇ ਤੇ 5 ਗਿਆਨ ਇੰਦਰੇ। ਜਿਹੜੀ ਜ਼ਬਾਨ ਹੈ ਇਹ 2 ਪਾਸੇ ਉਹਨਾਂ ਨੇ ਵਿਦਵਾਨਾਂ ਲਿਖੀ ਹੈ। ਇਹ ਕਰਮ ਇੰਦਰਾ ਵੀ ਹੈ ਤੇ ਗਿਆਨ ਇੰਦਰਾ ਵੀ ਹੈ।
ਜਦੋਂ ਆਪਾਂ ਰੋਟੀ ਪਾਣੀ ਖਾਣੇ ਉਦੋਂ ਇਹ ਕਰਮ ਇੰਦਰਾ ਹੈ। ਜਦੋਂ ਆਪਾਂ ਕਹਿੰਦੇ ਇਹ ਚੀਜ਼ ਖੱਟੀ ਹੈ, ਕੌੜੀ ਹੈ, ਇਹ ਉਦੋਂ ਇਹ ਗਿਆਨ ਇੰਦਰਾ ਹੈ। ਇੱਥੇ ਸਤਿਗੁਰੂ ਪਾਤਸ਼ਾਹ ਨੇ ਇਹਨੂੰ ਗਿਆਨ ਇੰਦਰੇ ਦੇ ਰੂਪ ਵਿੱਚ ਵਰਤਿਆ ਹੈ। ਇਹ ਰਸਨਾ ਤੂੰ ਅਨ ਰਸ ਰਾਤ ਰਹੀ, ਇਹ ਰਸਾਂ ਨੂੰ ਲੈਣ ਮੇਰੀ ਜਮਾਨੇ, ਤੂੰ ਹੋਰਨਾਂ ਰਸਾਂ ਵਿੱਚ ਉਲਝ ਗਈ ਹੈ। ਤੇਰੀ ਪਿਆਸ ਨਾ ਜਾਏ, ਪਰ ਯਾਦ ਰੱਖੀ ਜਿਹਨੇ ਦੁਨੀਆ ਦੇ ਪਦਾਰਥ ਪ੍ਰਾਪਤ ਕਰ ਲਾ ਪਰ ਤੂੰ ਰੱਜਣਾ ਨਹੀਂ, ਤੇਰੀ ਪਿਆਸ ਨਹੀਂ ਮੁੱਕਣੀ। ਪਿਆਸ ਨਾ ਜਾਏ ਹੋਰ ਤੇ ਕਿਤੈ, ਇਹ ਹੋਰ ਥਾਂ ਤੋਂ ਤੇਰੀ ਤੇ ਨਹੀਂ ਬੁਝਣੀ, ਪਿਆਸ ਨਹੀਂ ਕੱਟਣੀ। ਜਿਚਰ ਹਰ ਰਸ ਪੱਲੇ ਨਾ ਪਾਏ, ਜਿੰਨਾ ਚਿਰ ਹਰੀ ਰਸ ਨੂੰ ਆਪਣੇ ਪੱਲੇ ਨਾ ਪਾਇਆ, ਜਿੰਨਾ ਚਿਰ ਇਹਨੂੰ ਚਖਿਆ ਨਾ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਜਿਹੜਾ ਹਰੀ ਦਾ ਰਸ ਹੈ ਨਾ ਇਹਨੂੰ ਆਪਣੇ ਪੱਲੇ ਬੰਨਣਾ ਕਰ, ਇਹਨੂੰ ਪੀਣਾ ਕਰ। ਬਹੁੜ ਨਾ ਤ੍ਰਿਸ਼ਨਾ ਲਾਗੇ ਆਈ, ਜਿਨ੍ਹਾਂ ਨੇ ਇਸ ਰਸ ਨਾਲ ਪਰਮਾਤਮਾ ਦਾ ਰਸ ਲੈ ਲਿਆ ਨਾ, ਮੁੜ ਕੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਤ੍ਰਿਸ਼ਨਾ ਰਹਿੰਦੀ ਨਹੀਂ, ਲਾਲਸਾ ਰਹਿੰਦੀ ਨਹੀਂ, ਸੰਤੋਖ ਆ ਜਾਂਦਾ ਹੈ। ਇਹੋ ਹਰ ਰਸ ਕਰਮੀ ਪਾਈਐ, ਪਰ ਗੁਰਮੁਖੋ ਹਰੀ ਨਾਮ ਦਾ ਰਾਜੇ ਕਰਮ ਚੰਗੇ ਹੋਣ ਤੇ ਤਾਂ ਮਿਲਦਾ, ਵੈਸੇ ਨਹੀਂ। ਸਤਿਗੁਰ ਮਿਲੈ ਜਿਸ ਆਏ, ਜਿਹੜੇ ਸੱਚਾ ਗੁਰੂ ਕਰਦੇ ਕਿਰਪਾ, ਜਿਹੜੇ ਸੱਚੇ ਗੁਰੂ ਦੇ ਸੰਪਰਕ ਵਿੱਚ ਆ ਜਾਣ, ਇਹ ਰਸ ਉਹਨਾਂ ਨੂੰ ਆਵੇਗਾ। ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ, ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਓ, ਜਿਹੜੇ ਹੋਰ ਰਸ ਨੇ ਉਹ ਮੁੜ ਕੇ ਉਹਨਾਂ ਨੂੰ ਭੁੱਲ ਜਾਂਦੇ ਨੇ, ਉਹਨਾਂ ਦਾ ਚੇਤਾ ਨਹੀਂ ਰਹਿੰਦਾ। ਜਾਂ ਹਰ ਰਸ ਵਸੈ ਮਨ ਆਏ, ਜਦੋਂ ਹਰੀ ਰਸ ਸਾਡੇ ਮਨ ਵਿੱਚ ਵਸ ਗਿਆ ਨਾ, ਮੁੜ ਕੇ ਦੂਜੇ ਰਾਹ ਚੰਗੇ ਨਹੀਂ ਚ ਲੱਗਣੇ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਇਹ ਰਸ ਸਾਡੇ ਅੰਦਰ ਵੀ ਆਵੇ। ਇੱਕ ਪੰਕਤੀ ਪੌੜੀ ਹੋਰ ਕਰਨ ਜੀ। ਏ ਸਰੀਰਾ ਮੇਰਿਆ, ਆਪਣੇ ਸਰੀਰ ਨੂੰ ਸੰਬੋਧਨ ਕਰਕੇ ਵਰਤਿਆ, ਹੈ ਮੇਰੇ ਸਰੀਰਾ। ਹਰ ਤੁਮ ਮਹਿ ਜੋਤ ਰੱਖੀ, ਪਰਿਪੂਰਨ ਪਰਮਾਤਮਾ ਨੇ ਤੇਰੇ ਅੰਦਰ ਜੋ ਦੀਵਾ ਜਗਾਉਣਾ ਕੀਤਾ। ਇੱਥੇ ਦੀਵੇ ਤੋਂ ਭਾਵ ਚੇਤਨ ਸਤਾ। ਜਦੋਂ ਰੱਬ ਨੇ ਦੀਵਾ ਬੁਝਾ ਲਿਆ ਨਾ, ਗੁਰਮੁਖੋ ਜਿੱਥੇ ਦੇ ਹੱਥ ਪਏ ਉੱਥੇ ਪਏ ਰਹਿਣਗੇ। ਆ ਕਈ ਵਾਰ ਮੌਤਾਂ ਹੁੰਦੀਆਂ ਨੇ ਨਾ, ਕਈਆਂ ਨੇ ਹੱਥ ਵਿੱਚ ਗਲਾਸ ਫੜਿਆ ਤੇ ਗਲਾਸ ਡਿੱਗ ਪੈਂਦਾ, ਕਦੋਂ ਉਹਨੇ ਚੇਤਨ ਸਤਾ ਵਿੱਚੋਂ ਕੱਢ ਲਈ। ਕਈ ਵਾਰ ਮੂੰਹ ਟੱਡੇ ਦਾ ਟੱਡਿਆ ਰਹਿ ਜਾਂਦਾ। ਆ 84 ਤੋਂ ਬਾਅਦ ਮੈਂ ਸੁਲਤਾਨਵਿੰਡ ਗੇਟ ਤੇ ਇੱਕ ਨੌਜਵਾਨ ਨੂੰ ਪੁਲਿਸ ਵਾਲਿਆਂ ਮਾਰਿਆ। ਮੈਂ ਉਹਨੂੰ ਅੱਖੀਂ ਤੱਕਿਆ, ਉਸ ਗੱਭਰੂ ਦਾ ਮੂੰਹ ਖੁੱਲਾ ਸੀ, ਵਿਚਾਰਾ ਖੁੱਲਾ ਦਾ ਖੁੱਲਾ ਰਹਿ ਗਿਆ ਤੇ ਉਹਦੀ ਮੌਤ ਹੋ ਗਈ। ਇਹ ਸੁਲਤਾਨਵਿੰਡ ਗੇਟ ਤੇ ਮੈਂ ਨਿਤਨੇਮ ਕਥਾ ਕਰਕੇ ਗਿਆ ਤੇ ਪੁਲਿਸ ਵਾਲਿਆਂ ਨੇ ਗੱਭਰੂ ਨੂੰ ਮਾਰਿਆ, ਉਹਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ। ਉਹਦਾ ਭਾਵ ਉਹਨੇ ਚੇਤਨ ਸਤਾ ਖਿੱਚ ਲਈ। ਇਸ ਕਰਕੇ ਇਹ ਸਰੀਰਾ ਮੇਰਿਆ ਹਰ ਤੁਮੈ ਜੋਤ ਰੱਖੀ, ਹੇ ਮੇਰੇ ਸਰੀਰਾ। ਔਰ ਵਾਹਿਗੁਰੂ ਨੇ ਆਪਣੀ ਚੇਤਨ ਸਦਾ ਤੇਰੇ ਅੰਦਰ ਦੀਵਾ ਜਗਾਉਣਾ ਕੀਤਾ ਹੈ। ਤਾ ਤੂੰ ਜਗ ਮਹਿ ਆਇਆ, ਤਾਂ ਸੰਸਾਰ ਵਿੱਚ ਆਇਆ ਹੈ। ਹਰ ਜੋਤ ਰੱਖੀ ਤੁਧ ਵਿੱਚ, ਉਸ ਪਰਿਪੂਰਨ ਪਰਮਾਤਮਾ ਨੇ ਆਪਣੀ ਜੋਤ ਚੇਤਨ ਸਦਾ ਤੇਰੇ ਵਿੱਚ ਰੱਖਣਾ ਕੀਤੀ। ਤਾ ਤੂੰ ਜਗ ਮਹਿ ਆਇਆ, ਭਾਈ ਤਾਂ ਤੂੰ ਸੰਸਾਰ ਵਿੱਚ ਆਇਆ, ਜਗ ਤੋਂ ਭਾਵ ਜੰਮਣ ਤੇ ਮਰਨ ਵਾਲੀ ਦੁਨੀਆ। ਹਰਿ ਆਪੇ ਮਾਤਾ ਆਪੇ ਪਿਤਾ, ਉਹ ਵਾਹਿਗੁਰੂ ਸਾਡਾ ਪਿਓ, ਉਹ ਸਾਡੀ ਮਾਂ। ਜਿਨ ਜੀਓ ਉਪਾਏ ਜਗਤ ਦਿਖਾਇਆ, ਜਿਨੇ ਆਪਣੀ ਚੇਤਨ ਸਤਾ ਪਾ ਕਰਕੇ ਸੰਸਾਰ ਵਿਖਾਉਣਾ ਕੀਤਾ ਹੈ। ਗੁਰ ਪ੍ਰਸਾਦੀ ਬੁਝਿਆ, ਗੁਰੂ ਕਿਰਪਾ ਕਰੇ ਤਾਂ ਜਾਣਕਾਰੀ ਮਿਲੇਗੀ। ਤਾਂ ਚਲਤ ਹੁਆ ਚਲਤ ਨਦਰੀ ਆਇਆ। ਤੇ ਇਹਨੂੰ ਪਤਾ ਕਰੇ, ਇਹ ਮਨ ਜਦੋਂ ਚੱਲਣ ਲੱਗ ਪਿਆ ਨਾ ਗੁਰਮਤਿ ਵਾਲੇ ਪਾਸੇ, ਤੇ ਇਹਨੂੰ ਪਤਾ ਚੱਲਿਆ ਵੀ ਸੰਸਾਰਾ ਹੈ ਹੀ ਆਉਣ ਜਾਣ ਵਾਲਾ। ਕਿਤੇ ਮਕਾਨਾਂ ਦਾ ਜ਼ੋਰ, ਕਿਤੇ ਵਧਾਈਆਂ ਦੀ ਗੱਲ। ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ, ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਸ੍ਰਿਸ਼ਟੀ ਦਾ ਮੁੱਢ ਜਿਹੜਾ ਸੀ ਜੋਤ ਰਾਖੀ, ਉਸ ਪਰਮਾਤਮਾ ਨੇ ਆਪਣੀ ਚੇਤਨ ਕਲ ਰੱਖੀ। ਤਾ ਤੂੰ ਜਗ ਮਹਿ ਆਇਆ, ਪਿਆਰਾ ਤੂੰ ਸੰਸਾਰ ਵਿੱਚ ਆਇਆ। ਜੇ ਚੇਤਨ ਸਤਾ ਨਾ ਹੁੰਦੀ, ਜਿੱਦਣ ਜਨਮ ਹੋਇਆ ਸੀ ਤੂੰ ਰੋਣਾ ਨਹੀਂ ਸੀ। ਉਦਣ ਪਰਿਵਾਰ ਦੇ ਮੈਂਬਰਾਂ ਨੇ ਕਹਿਣਾ ਸੀ ਬੱਚਾ ਤਾਂ ਹੋਇਆ ਪਰ ਮਰਿਆ ਜੰਮਿਆ ਮਰਿਆ। ਇਹ ਆਪਾਂ ਵੇਖਦੇ ਆ। ਰੋਇਆ ਤਾਂ ਉਹਦੀ ਚੇਤਨ ਸਤਾ ਸੀ, ਬੋਲਿਆ ਤਾਂ ਉਹਦੀ ਚੇਤਨ ਸਤਾ ਸੀ, ਮਾਂ ਨੇ ਘੁੱਟ ਕੇ ਦੁੱਧ ਤਾਂ ਦਿੱਤਾ, ਚੇਤਨ ਸਤਾ ਸੀ। ਇਸ ਕਰਕੇ ਜਿਹਨੇ ਚੇਤਨ ਸਤਾ ਦਿੱਤੀ ਗੁਰਮੁਖਾ, ਉਹਨੂੰ ਚੇਤੇ ਕਰ। ਚੇਤਾ ਹੀ ਤਾਂ ਚੇਤ ਲੈ। ਜੇ ਚੇਤਾ ਤੇ ਪ੍ਰਮਾਤਮਾ ਨੂੰ ਚੇਤੇ ਕਰ ਲਾ, ਚੇਤਨਾ ਹੈ ਤੂੰ ਚੇਤ ਲੈ। ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਅਵਤ ਬਿਹਾਤ ਹੈ,
ਟੂਟੇ ਘੜੇ ਚੋਂ ਪਿਆਨੀ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਗੁਰਮੁਖਾ, ਜਿਵੇਂ ਟੁੱਟੇ ਘੜੇ ਚੋਂ ਪਾਣੀ ਵਗ ਕੇ ਖਾਲੀ ਹੋ ਜਾਂਦਾ ਨਾ, ਜਿਹੜੇ ਤੇਰੇ ਸਵਾਸ ਨੇ ਬੂੰਦਾਂ ਨੇ, ਕਦੇ ਘੜੇ ਖਾਲੀ ਹੋਣ ਤਰ੍ਹਾਂ ਤੂੰ ਵੀ ਖਾਲੀ ਹੋ ਜਾਏਗਾ। ਉਸ ਪਰਮਾਤਮਾ ਨੂੰ ਚੇਤੇ ਕਰ। ਹਜ਼ੂਰ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਜੀ। ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੁਆ, ਚਲਤ ਨਦਰੀ ਆਇਆ। ਕਹਿ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ